ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ। ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨ ਹੈ। ਦਇਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨ ਮਾਇਆ। ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨ ਹੈ। ਦਇਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨ ਮਾਇਆ। ਪਾਹੇ ਬਲੰਦੜੀ ਬੁਝ ਗਈ, ਰਖੰਦੜੋ ਪ੍ਰਭ ਆਪ। ਜਿਨ ਉਪਾਈ ਮੇਦਨੀ, ਨਾਨਕ ਸੋ ਪ੍ਰਭ ਜਾਪ। ਪੌੜੀ। ਜਾ ਪ੍ਰਭ ਭਏ ਦਇਆਲ, ਨਾ ਵਿਆਪੈ ਮਾਇਆ। ਕੋਟ ਅਗਾ ਗਏ ਨਾਸ, ਹਰ ਇੱਕ ਧਿਆਇਆ। ਨਿਰਮਲ ਭਏ ਸਰੀਰ, ਜਨ ਧੂਰੀ ਨਹਾਇਆ। ਮਨ ਤਨ ਭਏ ਸੰਤੋਖ, ਪੂਰਨ ਪ੍ਰਭ ਪਾਇਆ। ਤਰੇ ਕੁਟੰਬ ਸੰਗ ਲੋਗ, ਕੁਲ ਸਮਾਇਆ। ਮਨ ਤਨ ਭਏ ਸੰਤੋਖ, ਪੂਰਨ ਪ੍ਰਭ ਪਾਇਆ। ਤਰੇ ਕੁਟੰਬ ਸੰਗ ਲੋਗ, ਕੁਲ ਸਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਪ ਸਭ ਮਾਈ ਭਾਈ ਦੂਰੋਂ ਨੇੜਿਓਂ ਚੱਲ ਕੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਪਹੁੰਚੇ ਹੋ। ਸਤਿਗੁਰੂ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਸੰਗਤ ਦੇ ਰੂਪ ਵਿੱਚ ਸਵਾਇਮਾਨ ਹੋ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਆਰੰਭਤਾ ਦਾ ਕਾਰਜ ਜੋ ਪਹਿਲਾ ਦੀਵਾਨ ਹੈ, ਇਹ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਨਾਲ ਹੁੰਦਾ ਹੈ। ਜੇ ਕੋਈ ਆਖੇ ਇਹ ਮੈਂ ਕਰਦਾ ਹਾਂ, ਜਾਂ ਕੋਈ ਆਖੇ ਕਿ ਇਹ ਜੇ ਮੈਂ ਨਾ ਕਰਾਂ ਤਾਂ ਇਹ ਕਾਰਜ ਨਹੀਂ ਹੋਣਾ। ਕਾਰਜ ਸਤਿਗੁਰਾਂ ਦੇ ਨੇ। ਸਤਿਗੁਰ ਆਪਣੀ ਮਿਹਰ ਦਇਆ ਦ੍ਰਿਸ਼ਟੀ ਕਰਕੇ ਇਹ ਮਹਾਰਾਜ ਜੀ ਆਪ ਕਾਰਜ ਸਾਰੇ ਕਰਵਾਉਂਦੇ ਨੇ, ਉਦਮ ਵੀ ਉਹੀ ਕਰਵਾਉਂਦੇ ਨੇ। ਸੋ ਇਹ ਸਾਰੀ ਪਰਮੇਸ਼ਰ ਦੀ ਕਿਰਪਾ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਨਾਲ ਉਦਮ ਕੀਆ ਕਰਾਇਆ, ਆਰੰਭ ਰਚਾਇਆ। ਨਾਮ ਜਪੇ ਜਪ ਜੀਵਣਾ, ਗੁਰ ਮੰਤਰ ਦ੍ਰਿੜਾਇਆ। ਪਾਏ ਪਰੈ ਸਤਿਗੁਰੂ ਕੈ, ਜਿਨ ਭਰਮ ਵਿਦਾਰਿਆ। ਸੋ ਇਹ ਸਾਰੀ ਸਤਿਗੁਰਾਂ ਦੀ ਕਿਰਪਾ। ਉਦਮ ਕੀਆ ਕਰਾਇਆ, ਆਰੰਭ ਰਚਾਇਆ। ਆਰੰਭਤਾ ਦਾ ਜੋ ਕਾਰਜ ਹੈ, ਇਹ ਸਤਿਗੁਰਾਂ ਦੀ ਕਿਰਪਾ ਨਾਲ ਹੋਇਆ ਹੈ। ਕੋਈ ਮਨੁੱਖ ਨਹੀਂ ਕਰ ਸਕਦਾ। ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਮਨੁੱਖ ਦੇ ਕੀਤਿਆਂ ਹੋਏ ਕੁਛ ਨਹੀਂ ਹੁੰਦਾ। ਵਾਹਿਗੁਰੂ ਜੋ ਕਰਦਾ ਹੈ ਉਹ ਹੁੰਦਾ ਹੈ। ਸੋ ਇਹ ਆਰੰਭਤਾ ਮਹਾਰਾਜ ਨੂੰ ਪਾਈ ਅਤੇ ਆਰੰਭਤਾ ਹੋ ਗਈ। ਸੋ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇਹ ਜੈਸਰੀ ਦੀ ਵਾਰ ਦੇ ਵਿੱਚ ਸਾਨੂੰ ਅੱਜ ਦਾ ਜੋ ਹੁਕਮਨਾਮੇ ਦੀ ਬਖਸ਼ਿਸ਼ ਕਰਦੇ ਹਨ। ਸਾਧ ਸੰਗਤ ਜੀ, ਗੁਰੂ ਦੀ ਕਿਰਪਾ ਨਾਲ ਆਓ ਆਪਾਂ ਰਲ ਮਿਲ ਕੇ ਵਿਚਾਰ ਸਾਂਝੀ ਕਰਨ ਦੀ ਕੋਸ਼ਿਸ਼ ਕਰੀਏ। ਮਹਾਰਾਜ ਸਿਰ 'ਤੇ ਮੇਰਾ ਭਰਿਆ ਹੱਥ ਰੱਖਣ, ਕਿਉਂਕਿ ਗੁਰੂ ਅਗੰਮ ਹੈ।
अपहुँच है गुरु, गुरु तक कोई नहीं पहुँच सकता, गुरु की जो गतमिता कोई नहीं जान सकता। सो संपूर्ण रूप विच गुरु की व्याख्या नहीं हो सकती, क्योंकि अकथ कथा है, ऐसी कथा जिहड़ी कथन ना की जावे। आवो संत प्यारे हो, अकथ की करह कहानी। तू कहानियाँ तो कर, कहानियाँ करके परमेश्वर की किरपा दृष्टि का तू भागीदार तो तू बन, पर वह अकथ है कथा, उसका अंत नहीं पाया जा सकता। सो ऐसी सतगुरु महाराज जी की जो किरपा दे नाल ये जो शब्द आया है, उसकी आपां विचार सांझी करन तो पहला सारे माई भाई जी गज के आखो जी, सतनाम श्री वाहिगुरु साहिब जी, सतनाम श्री वाहिगुरु साहिब जी। श्लोक दया करणं दुख हरणं उच्चरणं नाम कीर्तन है। ये साध संगत जी जो जैतसरी दी वार है, जैतसरी दी वार वार श्लोकां नाल, श्लोकां दे नाल ये वार है। भाव कि इस वार दे विच पहलां पौड़ी आउंदी है, पहलां जो श्लोक आउंदा है, श्लोक तो बाद फिर पौड़ी आउंदी है। जो श्लोक है उसका ही टीका रूप है जो पौड़ी है, यानी श्लोक की व्याख्या है। पहला श्लोक आउंदा है, फिर पौड़ी आउंदी है। सो जिहड़ा श्लोक है ये संस्कृत दे विच है। सो सतगुरु महाराज जी ने ये जैतसरी दी वार दियां 20 पौड़ियां उचारण कीतियां हन। सो सच्चे पातशाह महाराज की कृपा नाल ये जो महाराज ने मर्यादा बन्नी है, जदों जैतसरी दी वार दे उपर पाठ आउंदा है, सारे ग्रंथी सिंह सारे गुरु घरां दे विच जदों गुरबाणी दा अखंड पाठ साहब करते हैं, ਜਾਂ ਜੈਤਸਰੀ ਦੀ ਵਾਰ 705 ਅੰਗ ਤੇ ਹੈ, ਉੱਥੇ ਆ ਕੇ ਫਿਰ ਮੱਧ ਦੀ ਅਰਦਾਸ ਕੀਤੀ ਜਾਂਦੀ ਹੈ। ਤੇ ਜੋ ਮੱਧ ਦਾ ਪਾਠ ਆਉਂਦਾ ਹੈ, ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ, ਸਿਮਰੰਤ ਸੰਤ ਸਰਬੱਤਰ ਰਮਣੰ ਨਾਨਕ ਅਗਨਾਸਨ ਜਗਦੀਸ਼ਵਰ ਹੈ, ਪੇਖਨ ਸੁਨਨ ਸੁਨਾਵਨੋ ਮਨ ਮੈਂ ਦ੍ਰਿੜੀਐ ਸਾਚ, ਪੂਰ ਰਹਿਓ ਸਰਬੱਤਰ ਮੈਂ ਨਾਨਕ ਹਰ ਰੰਗ ਰਾਚ। ਸੋ ਇਹ ਪਾਠ जो पहला श्लोक है जैतसरी दी वार दा। सो इत्थे आके मद की अरदास होया करती है, जो सानू बख्शिश की है हुक्मनाम के रूप विच। ये सतगुरु महाराज जी ने जैतसरी दी वार दा जो 18वां श्लोक ते पौड़ी है, उसकी सानू बख्शिश की है धन गुरु अर्जन देव महाराज जी ने। सो उस शब्द की आपां ने विचार करनी है। महाराज आखते ने, दया करणं दुख हरणं उच्चरणं नाम कीर्तन है। जो दया का घर है अकाल पुरख वाहिगुरु, वो सारिਆਂ उपर दया करता है। चिंटी ते कुंचरे असूला सब पर कृपा दृष्ट कर फूला। भावें एक छोटे तो छोटा जीव ला लो, भाव के कीड़ी ला लो, वड्डा जीव हो गया हाथी हो गया। महाराज कहते चिंटी ते कुंचर असूला सब पर कृपा दृष्ट कर फूला। वो वाहिगुरु कृपा तो सारिਆਂ ਦੇ ਉੱਪਰ करता है, पर ਜਿਹੜਾ साडा भांडा है उस विच कई बारी कृपा पैंदी नहीं है। ਜਾਂ ਤਾਂ ਸਾਡੇ ਭਾਂਡੇ ਵਿੱਚ ਛੇਦ ਹੋਣ, ਕੋਈ ਪਾਣੀ ਪਾਉਣਾ ਹੋਵੇ ਅਸੀਂ ਕਿਸੇ ਭਾਂਡੇ ਦੇ ਵਿੱਚ, ਜੇ ਭਾਂਡੇ ਵਿੱਚ ਛੇਦ ਨੇ ਤਾਂ ਪਾਣੀ ਵਿੱਚ ਦੀ ਨਿਕਲ ਜਾਏਗਾ, ਭਾਂਡੇ ਦੇ ਵਿੱਚ ਪਾਣੀ ਨਹੀਂ ਠਹਿਰਦਾ। ਜਾਂ ਫਿਰ ਭਾਂਡਾ ਮੁੱਧਾ ਹੋਵੇ ਤਾਂ ਵੀ ਪਾਣੀ ਨਹੀਂ ਠਹਿਰਦਾ। ਭਾਵ ਕਿ ਜੇ ਪਾਣੀ ਅਸੀਂ ਠਹਿਰਾਉਣਾ ਹੈ ਭਾਂਡੇ ਦੇ ਵਿੱਚ ਤਾਂ ਭਾਂਡਾ ਸਿੱਧਾ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਹੀ ਜਿਹੜਾ ਸਾਡਾ ਮਨ ਦਾ ਭਾਂਡਾ ਹੈ ਇਹ ਸਿੱਧਾ ਹੋਏਗਾ ਤਾਂ ਉਸ ਦੇ ਉੱਪਰ ਉਸ ਭਾਂਡੇ ਦੇ ਵਿੱਚ ਦਇਆ ਪਰਮੇਸ਼ਰ ਦੀ ਸਮਾ ਜਾਏਗੀ, ਟਿਕ ਜਾਏਗੀ। ਦਇਆ ਉਹ ਸਾਰਿਆਂ ਉੱਪਰ ਹੀ ਕਰਦਾ ਹੈ। ਜੋ ਪਰਮੇਸ਼ਰ ਦੇ ਗੁਣ ਨੇ, जो अकाल पुरख वाहिगुरु दे भगती करन वास्ते जो गुण ने, सत संतोख दया धीरज खिमा इत्यादिक, ये उस गुरसिख दे हिरदे दे विच वस जाणगे। महाराज आखदे ने दया करणं
ਉਹ ਪਰਮੇਸ਼ਰ ਸਾਰਿਆਂ ਦੇ ਉੱਪਰ ਦਇਆ ਕਰਦਾ ਹੈ। ਦੁੱਖ ਹਰਣੰ, ਸਾਰਿਆਂ ਦੇ ਦੁੱਖਾਂ ਦਾ ਨਾਸ ਕਰਦਾ ਹੈ, ਹਰ ਲੈਂਦਾ ਸਾਰਿਆਂ ਦੇ ਦੁੱਖਾਂ ਨੂੰ। ਉਚਰਣੰ ਨਾਮ ਕੀਰਤਨ ਹੈ, ਕੀਰਤਨ ਦੇ ਰੂਪ ਵਿੱਚ ਜਿਹੜਾ ਨਾਮ ਹੈ ਨਾ, ਇੱਕ ਪਰਮੇਸ਼ਰ ਦਾ ਨਾਮ ਤੇ ਇੱਕ ਹੈ ਕੀਰਤਨ। ਕੀਰਤਨ ਕੀ ਹੈ? ਪਰਮੇਸ਼ਰ ਦੀ ਵਡਿਆਈ, ਨਾਮ ਦੀ ਵਡਿਆਈ ਕਹਿ ਲਓ, ਗੁਰਬਾਣੀ ਦੀ ਵਡਿਆਈ ਕਹਿ ਲਓ। ਸੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਹੈ, ਗੁਰੂ ਦੀ ਵਡਿਆਈ ਹੈ, ਜਾਂ ਜੋ ਗੁਰਮੁਖ ਜਨ ਜਿਨ੍ਹਾਂ ਨੇ ਨਾਮ ਜਪਿਆ ਹੈ ਉਹਨਾਂ ਦੀ ਵਡਿਆਈ ਹੈ। ਗੁਰਬਾਣੀ ਦੀ ਆਪਣੀ ਵੀ ਵਡਿਆਈ ਹੈ ਗੁਰਬਾਣੀ ਦੇ ਵਿੱਚ। ਸੋ ਜਾਣੀ ਇਸ ਤਰ੍ਹਾਂ ਮਹਾਰਾਜ ਜੀ ਨੇ ਵਡਿਆਈ ਕੀਤੀ ਹੈ। ਸੋ ਇਹ ਵਡਿਆਈ ਹੋ ਗਈ ਕੀਰਤਨ ਦੇ ਰੂਪ ਵਿੱਚ, ਨਾਮ ਦੀ ਵਡਿਆਈ, ਕੀਰਤਨ ਦੀ ਵਡਿਆਈ। ਸੋ ਮਹਾਰਾਜ ਕਹਿੰਦੇ ਪਰਮੇਸ਼ਰ ਦਇਆ ਕਰਕੇ ਨਾਮ ਦੀ ਬਖਸ਼ਿਸ਼ ਕਰ ਦਿੰਦਾ ਹੈ। ਉਹ ਕੀਰਤਨ ਦਾ, ਨਾਮ ਦਾ ਉਚਾਰਨ ਕਰਦਾ ਹੈ ਜਿਸ ਉੱਪਰ ਪਰਮੇਸ਼ਰ ਦੀ ਦਇਆ ਹੁੰਦੀ ਹੈ। ਐਸਾ ਪਰਮੇਸ਼ਰ ਕੌਣ ਹੈ ਜਿਹੜੇ ਸਾਰੇ ਦੁੱਖਾਂ ਦਾ ਨਾਸ ਕਰ ਦਿੰਦਾ ਹੈ। ਮਨੁੱਖ ਨੂੰ ਸਾਧ ਸੰਗਤ ਜੀ ਜਿਹੜੇ ਮੁੱਖ ਦੁੱਖ ਨੇ ਉਹ 4 ਪ੍ਰਕਾਰ ਦੇ ਦੁੱਖਾਂ ਦੀ ਗਿਣਤੀ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨ ਭੋਲੇ ਦਾਰੂ ਲਾਏ। ਇੱਕ ਵਿਛੋੜੇ ਦਾ ਦੁੱਖ। ਵਿਛੋੜੇ ਦਾ ਦੁੱਖ ਸਾਧ ਸੰਗਤ ਜੀ ਕਈ ਪ੍ਰਕਾਰ ਦਾ ਹੁੰਦਾ। ਇੱਕ ਤਾਂ ਅਸੀਂ ਸੰਸਾਰੀ ਵਿਛੋੜਾ ਕਹਿੰਦੇ ਹਾਂ ਕਿ ਬਜ਼ੁਰਗ ਹੋ ਗਏ, ਸਾਡੇ ਮਾਤਾ ਪਿਤਾ, ਉਹ ਚੜ੍ਹਾਈ ਕਰ ਗਏ, ਇੱਕ ਤਾਂ ਇਹ ਦੁੱਖ ਹੋ ਗਿਆ। ਪਰ ਇਹ ਸਾਡਾ ਮੋਹ ਕਰਕੇ ਦੁੱਖ ਹੈ। ਇੱਕ ਦੁੱਖ ਐਸਾ ਹੁੰਦਾ ਹੈ ਗੁਰਮੁਖਾਂ ਦਾ, ਉਹ ਕਹਿੰਦੇ ਅਸੀਂ ਪਰਮੇਸ਼ਰ ਤੋਂ ਵਿਛੜੇ ਹੋਏ ਹਾਂ, ਸਾਡਾ ਮਿਲਾਪ ਕਿਸ ਤਰ੍ਹਾਂ ਹੋਵੇ। ਉਹ ਜਾਣੀ ਜਿਹੜੇ ਗੁਰਮੁਖ ਜਗਿਆਸੂ ਜਨ ਨੇ ਉਹ ਵੀ ਦੁਖੀ ਰਹਿੰਦੇ ਨੇ, ਪਰ ਉਹਨਾਂ ਦਾ ਜਿਹੜਾ ਦੁੱਖ ਹੈ ਉਹਨਾਂ ਨੂੰ ਉਸ ਦੁੱਖ ਵਿੱਚ ਵੀ ਸੁੱਖ ਦੀ ਪ੍ਰਤੀਤੀ ਹੁੰਦੀ ਹੈ। ਸੋ ਜਿਹੜਾ ਐਸਾ ਦੁੱਖ ਹੈ ਉਸ ਦੁੱਖ ਨਾਲ ਲੱਗ ਕੇ ਬੰਦਾ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦਾ ਹੈ। ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਸੋ ਐਸਾ ਜਿਹੜਾ ਦੁੱਖ ਲੱਗਦਾ ਹੈ, ਸੋ ਮਹਾਰਾਜ ਨੇ ਉਸ ਦੁੱਖ ਦੀ ਗਿਣਤੀ ਕੀਤੀ ਹੈ ਵਿਛੋੜੇ ਦਾ ਦੁੱਖ। ਵਿਛੋੜਾ ਸੁਣੇ ਦੁੱਖ, ਬਿਨ ਡਿੱਠੇ ਮਰੇ ਔਂਦ, ਬਾਂਝ ਪਿਆਰੇ ਆਪਣੇ ਬਿਰਹੀ ਨਾ ਤੀ ਰੋਂਦ। ਆਪਣੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਦੇ ਵਿਜੋਗ ਵਿੱਚ, ਵਿਛੋੜੇ ਵਿੱਚ ਜੋ ਦੁਖੀ ਰਹਿੰਦੇ ਹਨ, ਇੱਕ ਐਸੇ ਗੁਰਮੁਖ ਜਨ ਹਨ। ਸੋ ਮਹਾਰਾਜ ਕਿਰਪਾ ਕਰਦੇ ਨੇ, ਸਾਰਿਆਂ ਦਾ ਦੁੱਖ ਦੂਰ ਕਰਨ ਵਾਲੇ, ਦਇਆ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਹਨ, ਜੋ ਨਾਮ ਦੀ ਕਿਰਪਾ ਕਰਦੇ ਹਨ, ਉਹਨਾਂ ਸਾਰਿਆਂ ਦਾ ਦੁੱਖ ਦੂਰ ਕਰ ਦਿੰਦੇ ਹਨ। ਸੋ ਇਹ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਭੁੱਖ ਦਾ ਦੁੱਖ ਹੈ। ਕਿਸੇ ਨੂੰ ਭੁੱਖ ਲੱਗ ਜਾਂਦੀ ਹੈ, ਇੱਕ ਤਾਂ ਮਾਇਆਵੀ ਪਦਾਰਥਾਂ ਦੀ ਭੁੱਖ ਹੈ, ਉਹਦੇ ਵਿੱਚ ਵੀ ਮਨੁੱਖ ਦੁਖੀ ਰਹਿੰਦਾ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ। ਇੱਕ ਜਿਹੜੇ ਸ਼ਕਤੀਸ਼ਾਲੀ ਜਮਦੂਤ ਨੇ ਉਹਨਾਂ ਦਾ ਦੁੱਖ ਹੈ, ਡਰ ਲੱਗਦਾ ਹੈ। ਪਾਪ ਕਰੇਂਦੜ ਸਰ ਪਰ ਮੁੱਠੇ, ਅਜਰਾਈਲ ਫੜੇ ਫੜ ਕੁੱਠੇ, ਦੋਜਕ ਪਾਏ ਸਿਰਜਣਹਾਰੇ, ਲੇਖਾ ਮੰਗੈ ਬਾਣੀਆਂ। ਉਹ ਬਾਣੀਆਂ ਰੂਪ ਜੋ ਧਰਮ ਰਾਜਾ ਹੈ, ਉਹ ਜਦੋਂ ਲੇਖਾ ਮੰਗਦਾ ਤਾਂ ਜੀਵ ਦੇ ਉੱਪਰ ਕੁੱਟ ਮਾਰ ਪੈਂਦੀ ਹੈ। ਇੱਕ ਇਹ ਵੀ ਦੁੱਖ ਹੈ। ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ। ਚੌਥੇ ਪ੍ਰਕਾਰ ਦਾ ਜੋ ਦੁੱਖ ਹੈ ਉਹ ਸਰੀਰ ਨੂੰ, ਸਾਡੇ ਨੂੰ ਦੁੱਖ ਲੱਗ ਜਾਂਦਾ, ਰੋਗ ਲੱਗ ਜਾਂਦਾ। ਕਿਸੇ ਨੂੰ ਕੋਈ ਬਿਮਾਰੀ ਹੋ ਜਾਂਦੀ ਹੈ, ਕਿਸੇ ਨੂੰ ਕੋਈ ਬਿਮਾਰੀ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਦੁੱਖ ਹਰਣੰ, ਐਸਾ ਅਕਾਲ ਪੁਰਖ ਵਾਹਿਗੁਰੂ ਹੈ ਤੇਰੇ ਸਾਰੇ ਦੁੱਖਾਂ ਦਾ ਨਾਸ ਕਰ ਦੇਵੇਗਾ। ਕੀ ਕਰਿਆ ਕਰ ਭਾਈ, ਤੂੰ ਨਾਮ ਜਪਿਆ ਕਰ, ਵਾਹਿਗੁਰੂ ਦਾ ਕੀਰਤਨ ਸੁਣਿਆ ਕਰ, ਨਾਮ ਬਾਣੀ ਸੇਵਾ ਸਿਮਰਨ ਨਾਲ ਜੁੜ ਜਾ। ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰ ਦੇਵੇਗਾ ਤੇਰੇ ਉੱਪਰ, ਤੇਰੇ ਸਾਰੇ ਦੁੱਖਾਂ ਦਾ ਨਾਸ ਹੋ ਜਾਏਗਾ। ਦਇਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨਾ ਮਾਇਆ। ਜਿਹੜਾ ਸਾਰਿਆਂ ਉੱਪਰ ਦਇਆ ਕਰਦਾ ਹੈ, ਐਸਾ ਅਕਾਲ ਪੁਰਖ ਵਾਹਿਗੁਰੂ ਭਗਵਾਨ ਹੈ। ਉਸ ਦੀ ਜਦੋਂ ਕਿਰਪਾ ਹੁੰਦੀ ਹੈ ਤਾਂ ਨਾਨਕ ਲਿਪਤ ਨਾ ਮਾਇਆ, ਮਨੁੱਖ ਮਾਇਆ ਵਿੱਚ ਫਿਰ ਲੁਭਾਏਮਾਨ ਨਹੀਂ ਹੁੰਦਾ, ਕਿਉਂਕਿ ਮਾਇਆ ਬੜੀ ਪ੍ਰਬਲ ਹੈ। ਮਾਇਆ ਦੇ ਵਿੱਚ ਮਨੁੱਖ ਫਿਰ ਲੁਭਾਏਮਾਨ ਨਹੀਂ ਹੋਏਗਾ ਜਦੋਂ ਪਰਮੇਸ਼ਰ ਦੀ ਕਿਰਪਾ ਮਨੁੱਖ ਦੇ ਉੱਪਰ ਹੋ ਜਾਏਗੀ। ਮਾਇਆ ਬਹੁਤ ਜ਼ਿਆਦਾ ਪ੍ਰਬਲ ਹੈ। ਮਾਇਆ ਕੇਵਲ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਤੋਂ ਹੇਠਾਂ ਹੈ, ਬਾਕੀ ਮਾਇਆ ਸਭ ਤੋਂ ਉੱਪਰ ਹੈ।
ਸਰਪਨੀ ਤੇ ਉਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲੀਆ। ਜਿਹਨੇ ਵੱਡੇ ਵੱਡੇ ਦੇਵਤਿਆਂ ਨੂੰ ਵੀ ਛੜ ਲਿਆ ਹੈ। ਐਸੀ ਪ੍ਰਬਲ ਮਾਇਆ ਹੈ। ਮਾਈ ਮਾਇਆ ਛਲ, ਤ੍ਰਿਣ ਕੀ ਅਗਨ ਮੇਘ ਕੀ ਛਾਇਆ। ਗੋਬਿੰਦ ਭਜਨ ਬਿਨ ਹੜਕਾ ਜਲ। ਜਦੋਂ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਦਾ ਮਨੁੱਖ ਭਜਨ ਕਰੇਗਾ ਤਾਂ ਛੁੱਟ ਜਾਏਗਾ। ਨਹੀਂ, ਇਹ ਜਿਹੜੀ ਮਾਇਆ ਇਹ ਹੜ੍ਹ ਦਾ ਜਲ ਹੈ। ਜਿਵੇਂ ਹੜ੍ਹ ਦਾ ਜਲ ਹੈ, ਖੇਤਾਂ ਨੂੰ ਨੁਕਸਾਨ ਪਹੁੰਚਾਉਂਦਾ, ਸਾਰੀ ਖੇਤੀ ਨੂੰ ਬਰਬਾਦ ਕਰ ਦਿੰਦਾ। ਹੜ੍ਹ ਆ ਜਾਣ, ਸਾਰਾ ਜਨ ਜੀਵਨ ਅਸਤ ਵਿਅਸਤ ਹੋ ਜਾਂਦਾ ਹੈ। ਸਾਰੇ ਪਸ਼ੂ ਪੰਛੀ ਵੀ ਦੁਖੀ, ਪੇੜ ਪੌਦੇ ਵੀ ਦੁਖੀ, ਮਨੁੱਖ ਵੀ ਦੁਖੀ, ਸਾਰੇ ਜੀਵ ਜੰਤੂਆਂ ਨੂੰ ਜਾਣੀ ਦੁੱਖ ਪ੍ਰਤੀਤ ਹੁੰਦਾ ਹੈ। ਹੜ੍ਹ ਐਸਾ ਭਿਆਨਕ ਹੁੰਦਾ ਹੈ, ਨੁਕਸਾਨ ਕਰਦਾ ਜਾਣੀ ਹੜ੍ਹ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਮਾਇਆ ਦਾ ਹੜ੍ਹ ਹੈ, ਜਿਹੜਾ ਕਿ ਇਹ ਆ ਕੇ ਸਾਰੇ ਮਨੁੱਖ ਨੂੰ ਡੋਬ ਕੇ ਰੱਖ ਦਿੰਦਾ, ਮਨੁੱਖ ਨੂੰ ਜਾਣੀ ਬਰਬਾਦ ਕਰ ਦਿੰਦਾ। ਮਾਈ ਮਾਇਆ ਛਲ, ਇਹ ਛਲ ਰੂਪ ਹੈ ਜੋ ਮਾਇਆ। ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਹੈ, ਜਦੋਂ ਉਹ ਦਇਆ ਕਰਦਾ ਹੈ ਤਾਂ ਫਿਰ ਨਾਨਕ ਲਿਪਤ ਨਾ ਮਾਇਆ, ਮਾਇਆ ਵਿੱਚ ਬੰਦਾ ਲਵਾਇਮਾਨ ਨਹੀਂ ਹੁੰਦਾ। ਜੇ ਪਰਮੇਸ਼ਰ ਦੀ ਕਿਰਪਾ ਨਾ ਹੋਵੇ ਤਾਂ ਮਨੁੱਖ ਇਕੱਲਾ ਮਾਇਆ ਤੋਂ ਬਚ ਨਹੀਂ ਸਕਦਾ, ਕਿਉਂਕਿ ਮਾਇਆ ਬਹੁਤ ਵੱਡੀ ਪ੍ਰਬਲ ਹੈ। ਮਹਾਰਾਜ ਅੱਗੇ ਫਰਮਾਨ ਕਰਦੇ ਨੇ, ਪਾਹੇ ਬਲੰਦੜੀ ਬੁਝ ਗਈ, ਰਖੰਦੜੋ ਪ੍ਰਭ ਆਪ। ਪਾਹੇ ਵੀ ਮਾਇਆ ਨੂੰ ਕਹਿੰਦੇ ਨੇ, ਅਗਨੀ ਨੂੰ ਕਹਿੰਦੇ ਨੇ। ਪਾਹੇ ਦਾ ਅਰਥ ਹੁੰਦਾ ਅਗਨੀ। ਅਗਨੀ ਬਹੁਤ ਰੂਪਾਂ ਦੇ ਵਿੱਚ ਹੈ, ਜਿਵੇਂ ਤ੍ਰਿਸ਼ਨਾ ਹੋ ਗਈ, ਇਸ ਦੀ ਅੱਗ ਹੋ ਗਈ। ਅੱਗਾਂ ਦੀ ਵੀ 4 ਪ੍ਰਕਾਰ ਦੀ ਸਤਿਗੁਰੂ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ। ਹੰਸ ਹੇਤ ਲੋਭ ਕੋਪ, ਚਾਰੇ ਨਦੀਆਂ ਅੱਗ। ਪਵੈ ਦੱਜਹ ਨਾਨਕਾ, ਤਰੀਐ ਕਰਮੀ ਲਗ। ਪਰਮੇਸ਼ਰ ਦੀ ਕਿਰਪਾ ਨਾਲ ਤਰਿਆ ਜਾ ਸਕਦਾ ਹੈ। ਸੋ ਇਹ 4 ਪ੍ਰਕਾਰ ਦੀਆਂ ਨਦੀਆਂ ਦਾ ਜ਼ਿਕਰ ਸਤਿਗੁਰੂ ਮਹਾਰਾਜ ਜੀ ਕਰਦੇ ਹਨ ਕਿ ਪਾਹੇ ਬਲੰਦੜੀ ਬੁਝ ਗਈ। ਇਹ ਜਿਹੜੀ ਅਗਨੀ ਹੈ, ਜੋ ਮਾਇਆ ਦੀ ਅਗਨ ਹੈ, ਮਹਾਰਾਜ ਕਹਿੰਦੇ ਇਹ ਬੁਝ ਗਈ, ਭਾਵ ਕਿ ਇਸ ਦਾ ਨਾਸ ਹੋ ਗਿਆ। ਰਖੰਦੜੋ ਪ੍ਰਭ ਆਪ, ਜਦੋਂ ਪਰਮੇਸ਼ਰ ਨੇ ਆਪ ਰੱਖਿਆ ਕਰ ਲਈ। ਨਹੀਂ, ਇਹ ਮਾਇਆ ਤੋਂ ਕੋਈ ਬਚ ਨਹੀਂ ਸਕਦਾ। ਜਿਨੇ ਉਪਾਈ ਮੇਦਨੀ, ਨਾਨਕ ਸੋ ਪ੍ਰਭ ਜਾਪ। ਜਿਸ ਨੇ ਮਾਇਆ ਪੈਦਾ ਕੀਤੀ ਹੈ ਨਾ, ਮਹਾਰਾਜ ਕਹਿੰਦੇ ਤੂੰ ਉਸ ਦਾ ਜਾਪ ਕਰ, ਤੂੰ ਉਸ ਦਾ ਸਿਮਰਨ ਕਰ, ਤੂੰ ਉਸ ਦੀ ਭਗਤੀ ਕਰ। ਇਸ ਤਰੀਕੇ ਨਾਲ ਤੂੰ ਮਾਇਆ ਤੋਂ ਬਚ ਜਾਏਗਾ। ਅੱਗੇ ਇਹ ਤਾਂ ਸਾਰਾ ਸ਼ਬਦ ਸੀ ਜੋ ਸ਼ਲੋਕ ਦੇ ਰੂਪ ਵਿੱਚ ਸੀ। ਅੱਗੇ ਮਹਾਰਾਜ ਪੌੜੀ ਉਚਾਰਨ ਕਰਦੇ ਨੇ। ਪੌੜੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਜਾਣੀ ਇਸੇ ਸ਼ਲੋਕ ਦਾ ਹੀ ਟੀਕਾ ਕਰਦੇ ਨੇ। ਮਹਾਰਾਜ ਜੀ ਆਖਦੇ ਨੇ, ਪੌੜੀ ਜਾ ਪ੍ਰਭ ਭਏ ਦਇਆਲ, ਨਾ ਵਿਆਪੈ ਮਾਇਆ। ਜਦੋਂ ਪ੍ਰਭੂ ਦਇਆਲ ਹੋਵੇ ਤਾਂ ਮਾਇਆ ਨਹੀਂ ਵਿਆਪਦੀ। ਮਾਇਆ ਨਾਲ ਮਨੁੱਖ ਲਵਾਇਮਾਨ ਨਹੀਂ ਹੁੰਦਾ। ਨਹੀਂ, ਮਨੁੱਖ ਮਾਇਆ ਤੋਂ ਬਚ ਨਹੀਂ ਸਕਦਾ। ਮਾਇਆ ਸਾਧ ਸੰਗਤ ਜੀ ਇੱਕ ਪ੍ਰਕਾਰ ਦੀ ਨਹੀਂ ਹੈ, ਮਾਇਆ ਦੇ ਬਹੁਤ ਰੂਪ ਨੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦਵੈਸ ਨਿੰਦਿਆ ਝੂਠ ਚੁਗਲੀ, ਇਹ ਸਾਰੀ ਮਾਇਆ ਦੇ ਹੀ ਰੂਪ ਨੇ। ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਜਿਨ ਮਿਲ ਮਾਰੇ ਪੰਜ ਸੂਰਬੀਰ, ਐਸੋ ਕੌਣ ਬਲੀ ਰੇ। ਜਿਨ ਪੰਜ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਜਿਹਨੇ ਪੰਜਾਂ ਦਾ ਨਾਸ ਕਰ ਦਿੱਤਾ, ਕਾਮ ਕ੍ਰੋਧ ਅਰ ਲੋਭ ਮੋਹ ਮਿਨ ਸੰਜਾਏ ਅਹਮੇਵ। ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਗੁਰੂ ਦੀ ਕਿਰਪਾ ਨਾਲ ਇਹਨਾਂ ਪੰਜਾਂ ਦਾ ਨਾਸ ਹੋ ਜਾਵੇ। ਜਿਵੇਂ ਆਪਣੇ ਹੱਥ ਦੀਆਂ 5 ਉਂਗਲਾਂ ਨੇ, ਇਹ ਸਾਧ ਸੰਗਤ ਜੀ ਜੇ ਕੋਈ ਇੱਕ ਉਂਗਲੀ ਨੂੰ ਕੱਟ ਦੇਵੇ ਤਾਂ ਵੀ ਬਾਕੀ ਹੱਥ ਕੰਮ ਦੇ ਦਿੰਦਾ। ਜੇ ਕਿਸੇ ਮਨੁੱਖ ਦਾ ਗੁੱਟੇ ਕੱਟਿਆ ਜਾਵੇ ਤਾਂ 5 ਉਂਗਲੀਆਂ ਆਪਣੇ ਆਪ ਕੱਟੀਆਂ ਜਾਂਦੀਆਂ ਨੇ। ਜਿਸ ਤਰ੍ਹਾਂ ਕਿ ਕੋਈ ਪੌਦਾ ਹੈ, ਪੇੜ ਹੈ, ਪੇੜ ਦੀਆਂ ਕੋਈ ਟਾਹਣੀਆਂ ਕੱਟ ਦੇਵੇਗਾ ਅਤੇ ਜੜ ਹਰੀ ਭਰੀ ਹੈ ਤਾਂ ਜੜ ਦੇ ਵਿੱਚੋਂ ਖੁਰਾਕ ਆਏਗੀ, ਟਾਹਣੀਆਂ ਦੁਬਾਰੇ ਹਰੀਆਂ ਹੋ ਜਾਂਦੀਆਂ ਨੇ। ਉਸ ਨੂੰ ਉਸੇ ਤਰ੍ਹਾਂ ਹੀ ਪੱਤੇ ਵੀ ਲੱਗਣਗੇ, ਫੁੱਲ ਵੀ ਲੱਗਣਗੇ, ਫਲ ਵੀ ਲੱਗੇਗਾ। ਪਰ ਜੇ ਕੋਈ ਪੌਦੇ ਦੀ ਜੜ ਨੂੰ ਹੀ ਕੱਟ ਦੇਵੇ, ਜਦੋਂ ਜੜ ਕੱਟ ਦਿੱਤੀ ਤਾਂ ਉਸਦੇ ਪੱਤੇ ਵੀ ਆਪੀ ਸੁੱਕ ਗਏ, ਉਸਦੇ ਫੁੱਲ ਵੀ ਸੁੱਕ ਗਏ, ਫਲ ਵੀ ਸੁੱਕ ਗਿਆ, ਕੁਛ ਵੀ ਨਹੀਂ ਰਿਹਾ। ਸੋ ਇਸ ਤਰ੍ਹਾਂ ਕਰਕੇ ਹੀ ਜਿਹੜੀ ਹਉਮੈ ਹੈ, ਇਹ ਹਉਮੈ ਇੱਕ ਜੜ ਹੈ।
ਹਉਮੈ ਜੜ ਦੇ ਵਿੱਚੋਂ ਇਹ 5 ਚੀਜ਼ਾਂ ਪੈਦਾ ਹੋ ਗਈਆਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਸ ਤੋਂ ਅੱਗੇ ਇਹਨਾਂ ਦਾ ਪਰਿਵਾਰ ਆ ਗਿਆ, ਈਰਖਾ, ਦਵੈਸ, ਨਿੰਦਿਆ, ਝੂਠ, ਚੁਗਲੀ ਇਤਿਆਦਿਕ। ਸੋ ਇਹ ਵੱਧਦੇ ਜਾਂਦੇ ਨੇ, ਜਾਣੀ ਜਿਸ ਤਰ੍ਹਾਂ ਦਰਖਤ ਦੀਆਂ ਟਾਹਣੀਆਂ ਵੱਧਦੀਆਂ ਜਾਂਦੀਆਂ ਨੇ, ਇਸੇ ਤਰ੍ਹਾਂ ਹੀ ਇਹ ਵੀ ਵੱਧਦੇ ਜਾਂਦੇ ਨੇ। ਜਦੋਂ ਇਹ ਜੜ ਤੋਂ ਕੱਟੇ ਜਾਣ, ਭਾਵ ਕਿ ਹਉਮੈ ਦਾ ਨਾਸ ਹੋ ਜਾਵੇ, ਤਾਂ ਮਾਇਆ ਦਾ ਸੰਪੂਰਨ ਰੂਪ ਵਿੱਚ ਨਾਸ ਹੋ ਜਾਂਦਾ ਹੈ। ਸੋ ਨਹੀਂ ਇਹ ਮਾਇਆ ਲੱਗੀ ਰਹਿੰਦੀ ਹੈ। ਸਾਧ ਸੰਗਤ ਜੀ, ਭਾਵੇਂ ਕਾਮ ਦੇ ਰੂਪ 'ਚ ਹੋਵੇ, ਭਾਵੇਂ ਕ੍ਰੋਧ ਦੇ ਰੂਪ 'ਚ ਹੋਵੇ, ਭਾਵੇਂ ਲੋਭ ਦੇ ਰੂਪ 'ਚ ਹੋਵੇ, ਭਾਵੇਂ ਮੋਹ ਦੇ ਰੂਪ 'ਚ ਹੋਵੇ, ਭਾਵੇਂ ਹੰਕਾਰ ਦੇ ਰੂਪ 'ਚ ਹੋਵੇ, ਕਿਸੇ ਵੀ ਰੂਪ ਦੇ ਵਿੱਚ ਮਾਇਆ ਹੋਵੇ, ਮਾਇਆ ਸਾਧ ਸੰਗਤ ਜੀ ਬਹੁਤ ਪ੍ਰਬਲ ਹੈ। ਮਹਾਰਾਜ ਨੇ ਸਾਨੂੰ ਅੱਜ ਦੇ ਹੁਕਮਨਾਮੇ ਵਿੱਚ ਇਹੀ ਸਾਨੂੰ ਸਮਝਾਇਆ ਹੈ ਕਿ ਪ੍ਰਭੂ ਦੀ ਤੂੰ ਦਇਆਲਤਾ ਮੰਗ। ਪ੍ਰਭੂ ਦਇਆਲ ਹੋਏਗਾ ਤਾਂ ਤੂੰ ਮਾਇਆ ਤੋਂ ਬਚ ਸਕਦਾ ਹੈ, ਨਹੀਂ ਤੂੰ ਬਚ ਨਹੀਂ ਸਕਦਾ। ਜਿਸ ਤਰ੍ਹਾਂ ਸਾਧ ਸੰਗਤ ਜੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਜਲੰਦੇ ਨੂੰ ਤਾਰਦੇ ਹੋਏ ਮਹਾਰਾਜ ਜੀ ਤੁਰੇ ਜਾ ਰਹੇ ਨੇ। ਅੱਗੇ ਇੱਕ ਖੂਹ ਆਇਆ, ਖੂਹ ਦੇ ਉੱਪਰ ਇੱਕ ਮਨੁੱਖ ਬਜ਼ੁਰਗ ਆਪਣੇ ਬੱਚਿਆਂ ਨੂੰ ਝਿੜਕ ਰਿਹਾ ਸੀ ਕਿ ਤੁਸੀਂ ਭਾਈ ਕੰਮ ਨਹੀਂ ਕਰਦੇ, ਜਾਣੀ ਉਹਨਾਂ ਨੂੰ ਡਾਂਟ ਰਿਹਾ ਸੀ, ਤੁਸੀਂ ਭੁੱਖੇ ਮਰ ਜਾਓਗੇ ਜੇ ਤੁਸੀਂ ਕੰਮ ਨਹੀਂ ਕਰੋਗੇ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ, ਤੂੰ ਹੁਣ ਬਜ਼ੁਰਗ ਹੋ ਗਿਆ, ਤੂੰ ਨਾਮ ਜਪ, ਭਗਤੀ ਕਰ, ਸਿਮਰਨ ਕਰ। ਬੱਚੇ ਆਪਣੇ ਆਪ ਕੰਮ ਸਾਂਭ ਲੈਣਗੇ, ਮਰਨ ਤੋਂ ਬਾਅਦ ਵੀ ਤਾਂ ਸਾਂਭਦੇ ਹੀ ਨੇ, ਆਪਣੇ ਆਪ ਸਾਂਭ ਲੈਂਦੇ ਨੇ। ਜੇ ਮਨੁੱਖ ਕਹੇ ਕਿ ਮੈਂ ਹੀ ਕੰਮ ਸਾਂਭਦਾ ਹਾਂ, ਇਹ ਮਨੁੱਖ ਦੀ ਕੇਵਲ ਮਾਇਆ ਦਾ ਭੁਲੇਖਾ ਹੈ, ਛਾਲਾ ਹੈ ਮਨੁੱਖ ਦੇ ਨਾਲ। ਇਹ ਮਰਨ ਤੋਂ ਬਾਅਦ ਸਭ ਨੇ ਕੰਮ ਸਾਂਭ ਲੈਣੇ ਨੇ, ਕੋਈ ਭੁੱਖਾ ਨਹੀਂ ਮਰਦਾ। ਪਰਮੇਸ਼ਰ ਰਿਜ਼ਕ ਸਭ ਨੂੰ ਦਿੰਦਾ ਹੈ ਕਿ ਮੈਂ ਨਾ ਕੰਮ ਕਰਾਂ ਤਾਂ ਬੱਚੇ ਭੁੱਖੇ ਮਰ ਜਾਣਗੇ। ਪਰ ਉਸ ਜੋ ਬਜ਼ੁਰਗ ਸੀ, ਉਸ ਦੇ ਮਨ ਵਿੱਚ ਇਹੀ ਖਿਆਲ ਹੈ। ਮਹਾਰਾਜ ਨੇ ਆਖਿਆ ਤੂੰ ਸਿਮਰਨ ਭਗਤੀ ਕਰਿਆ ਕਰ, ਅਸੀਂ ਤੈਨੂੰ ਮੁਕਤ ਕਰ ਦੇਵਾਂਗੇ। ਉਹ ਕਹਿੰਦਾ ਮੁਕਤ ਹੋ ਕੇ ਮੈਂ ਕੀ ਕਰਨਾ? ਜੇ ਮੈਂ ਮੁਕਤ ਹੋ ਗਿਆ ਮੇਰੇ ਬੱਚਿਆਂ ਦਾ ਕੀ ਬਣੇਗਾ? ਭਾਵ ਕਿ ਮੈਂ ਮਰ ਗਿਆ। ਉਹ ਮੁਕਤੀ ਤੋਂ ਭਾਵ ਮਰਨਾ ਸਮਝਦਾ ਸੀ। ਮਹਾਰਾਜ ਨੇ ਆਖਿਆ ਆਪਣੇ ਆਪ ਪਰਮੇਸ਼ਰ ਸਭ ਦਾ ਰੱਖਿਆਕਾਰ ਹੈ, ਸਭ ਦੀ ਰੱਖਿਆ ਕਰੇਗਾ। ਪਰ ਉਹ ਬਜ਼ੁਰਗ ਨਾ ਮੰਨਿਆ। ਸਮਾਂ ਪੈ ਕੇ ਉਹ ਬਜ਼ੁਰਗ ਦੀ ਮੌਤ ਹੋ ਗਈ। ਮੌਤ ਹੋਣ ਤੋਂ ਬਾਅਦ ਜਿਤ ਲਾਗੀ ਮਨ ਬਾਸਨਾ ਅੰਤ ਸਾਈ ਪ੍ਰਗਟਾਨੀ। ਜੈਸੀ ਮਨ ਦੇ ਵਿੱਚ ਬਾਸਨਾ ਹੋਵੇ ਵੈਸਾ ਹੀ ਮਨੁੱਖ ਨੂੰ ਜਨਮ ਮਿਲ ਜਾਂਦਾ ਹੈ। ਜਿਸ ਤਰ੍ਹਾਂ ਦਾ ਕੋਈ ਮਨ ਦੇ ਵਿੱਚ ਖਿਆਲ ਰਹਿ ਗਿਆ ਮਰਨ ਸਮੇਂ, ਵੈਸਾ ਹੀ ਉਸ ਦਾ ਜਨਮ ਹੋ ਜਾਣਾ ਹੈ। ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਜਿਹੜਾ ਅੰਤ ਕਾਲ ਦੇ ਵਿੱਚ ਲక్ష్ਮੀ ਦਾ, ਮਾਇਆ ਦਾ ਸਿਮਰਨ ਕਰਦਾ ਹੋਇਆ, ਪੈਸੇ ਦਾ, ਦੌਲਤਾਂ ਦਾ ਸਿਮਰਨ ਕਰਦਾ ਹੋਇਆ ਮਰ ਗਿਆ, ਮਹਾਰਾਜ ਕਹਿੰਦੇ ਸਰਪ ਜੋਨ ਬਲ ਬਲ ਅਵਤਰੈ। ਉਸ ਦੀ ਸੱਪ ਦੀ ਉਸ ਨੂੰ ਜੂਨ ਮਿਲ ਜਾਏਗੀ। ਸੋ ਸਾਧ ਸੰਗਤ ਜੀ, ਜੇ ਸੱਪ ਫਿਰਦੇ ਨੇ, ਇਹ ਐਵੇਂ ਨਹੀਂ ਫਿਰਦੇ। ਇਹ ਘੁੰਮਦੇ ਘੁਮਾਉਂਦੇ ਮਨੁੱਖ ਨੂੰ ਉਸ ਤਰ੍ਹਾਂ ਦਾ ਜਾਣੀ ਜਨਮ ਮਿਲ ਗਿਆ, ਸੱਪ ਦੀ ਜੂਨੀ ਮਿਲ ਗਈ। ਮਹਾਰਾਜ ਤਾਂ ਹੀ ਸਾਨੂੰ ਸੁਚੇਤ ਕਰਦੇ ਨੇ, ਹਰੀ ਬਾਈ ਗੋਬਿੰਦ ਨਾਮ ਮਤ ਵਿਸਰੈ। ਤੂੰ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਾ ਤੂੰ ਵਿਸਾਰ। ਜੇ ਤੂੰ ਇਹਨਾਂ ਮਾਇਆਵੀ ਪਦਾਰਥਾਂ ਨੂੰ ਚੇਤੇ ਕਰਦਾ ਹੋਇਆ ਮਰ ਗਿਆ ਤਾਂ ਉਸੇ ਜਿਸ ਤਰ੍ਹਾਂ ਦੀ ਤੇਰੀ ਵਾਸਨਾ ਹੋਏਗੀ ਉਸ ਤਰ੍ਹਾਂ ਦਾ ਹੀ ਤੈਨੂੰ ਜਨਮ ਮਿਲ ਜਾਏਗਾ। ਸੋ ਇਸ ਤਰ੍ਹਾਂ ਕਰਕੇ ਮਹਾਰਾਜ ਜੀ ਅੱਗੇ ਫਰਮਾਨ ਕਰਦੇ ਹਨ, ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਜਿਹੜਾ ਅੰਤ ਦੇ ਸਮੇਂ ਵਿੱਚ ਇਸਤਰੀ ਦਾ ਸਿਮਰਨ ਕਰਦਾ ਹੈ, ਇਸਤਰੀ ਨੂੰ ਯਾਦ ਕਰਦਾ ਕਰਦਾ ਕੋਈ ਮਰ ਗਿਆ, ਮਹਾਰਾਜ ਆਖਦੇ ਨੇ ਬੇਸਵਾ ਜੂਨ ਬਲ ਬਲ ਅਵਤਰੈ। ਉਸ ਨੂੰ ਬੇਸਵਾ ਦੀ ਜੂਨੀ ਮਿਲ ਜਾਏਗੀ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਕਰਕੇ ਮਨੁੱਖ ਜਾਣੀ ਇਹ ਨਿਖਿਤ ਜੁਨੀਆਂ ਵਿੱਚ ਭਟਕਦਾ ਫਿਰਦਾ ਹੈ। ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਜੇ ਅੰਤ ਕਾਲ ਨੂੰ ਲੜਕੇ ਦਾ ਸਿਮਰਨ ਕਰ ਲਿਆ, ਮੇਰਾ ਪੁੱਤਰ ਮੇਰਾ ਪੁੱਤਰ, ਪੁੱਤਰ ਮੋਹ ਦੇ ਵਿੱਚ ਆਪਣੇ ਪ੍ਰਾਣ ਤਿਆਗ ਦੇਣਾ, ਮਹਾਰਾਜ ਕਹਿੰਦੇ ਸੂਕਰ ਜੋਨ ਬਲ ਬਲ ਅਵਤਰੈ। ਮਹਾਰਾਜ ਕਹਿੰਦੇ ਤੈਨੂੰ ਸੂਰ ਦੀ ਜੂਨੀ ਮਿਲ ਜਾਏਗੀ। ਸੂਰ ਦੇਖ ਲਓ ਕਿਤਨੇ ਉਸਦੇ ਬੱਚੇ ਹੁੰਦੇ ਹਨ, ਗੰਦਗੀ ਖਾਂਦਾ ਫਿਰਦਾ ਹੈ। ਇਹ ਮਨੁੱਖ, ਜੇ ਤੂੰ ਇਸ ਮੋਹ ਦੇ ਵਿੱਚ ਆ ਕੇ, ਤੂੰ ਪੁੱਤਰਾਂ ਦੇ ਮੋਹ ਵਿੱਚ ਆ ਕੇ ਤੇਰੇ ਪ੍ਰਾਣ ਨਿਕਲ ਗਏ ਨਾ, ਤਾਂ ਤੈਨੂੰ ਸੂਰ ਬਣਨਾ ਪਏਗਾ। ਗੰਦਗੀ ਖਾਂਦਾ ਰਹੇਗਾ, ਲੋਕੀ ਡੰਡੇ ਮਾਰਨਗੇ ਤੇਰੇ।
ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਸੂਕਰ ਜੋਨ ਬਲ ਬਲ ਅਵਤਰੈ। ਤੈਨੂੰ ਸੂਰ ਦੀ ਜੋਨ ਮਿਲ ਜਾਏਗੀ। ਸੋ ਇਸ ਤਰ੍ਹਾਂ ਕਰਕੇ ਮਹਾਰਾਜ ਕਹਿੰਦੇ ਅੰਤ ਦੇ ਸਮੇਂ ਵਿੱਚ ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ। ਸੋ ਉਸ ਤਰ੍ਹਾਂ ਦਾ ਹੀ ਤੇਰਾ ਅੱਗੇ ਜਨਮ ਹੋ ਜਾਏਗਾ ਜਿਸ ਤਰ੍ਹਾਂ ਦੇ ਤੇਰੇ ਮਨ ਦੇ ਵਿੱਚ ਜਾਣੀ ਖਿਆਲ ਰਹਿ ਗਏ। ਸੋ ਲੜਕੇ ਦਾ ਖਿਆਲ ਹੋ ਗਿਆ, ਇਸਤਰੀ ਦਾ ਖਿਆਲ ਹੋ ਗਿਆ, ਲక్ష్ਮੀ ਦਾ ਖਿਆਲ ਹੋ ਗਿਆ। ਸੋ ਤੇਰਾ ਉਸੇ ਤਰ੍ਹਾਂ ਦਾ ਹੀ ਤੇਰਾ ਜਨਮ ਹੋ ਜਾਏਗਾ। ਸੋ ਮਹਾਰਾਜ ਕਹਿੰਦੇ ਜੇ ਅੰਤ ਦੇ ਸਮੇਂ ਵਿੱਚ ਪਰਮੇਸ਼ਰ ਵੱਲ ਖਿਆਲ ਹੋ ਗਿਆ ਤਾਂ ਤੂੰ ਸਾਰੀ ਜਨਮ ਮਰਨ ਦੇ ਚੱਕਰ ਤੋਂ ਤੂੰ ਮਿਟ ਜਾਏਗਾ। ਮਹਾਰਾਜ ਕਹਿੰਦੇ ਇਸ ਕਰਕੇ ਤੂੰ ਨਾਮ ਜਪ, ਤੂੰ ਗੁਰਬਾਣੀ ਪੜ੍ਹ, ਗੁਰਬਾਣੀ ਦੇ ਤੂੰ ਚਰਨੀ ਲੱਗ। ਸੋ ਇਸ ਤਰ੍ਹਾਂ ਕਰਕੇ ਮਹਾਰਾਜ ਆਖਦੇ ਨੇ ਕਿ ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ। ਜਿਸ ਤਰ੍ਹਾਂ ਦੀ ਵਾਸਨਾ ਵਿੱਚ ਮਨੁੱਖ ਲੱਗ ਜਾਂਦਾ, ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਜਿਹੜਾ ਆਪਣੇ ਘਰ ਮਕਾਨ ਕੋਠੀਆਂ, ਮੇਰਾ ਇਤਨਾ ਬੈਂਕ ਬੈਲੈਂਸ ਹੈ, ਇਤਨੀਆਂ ਮੇਰੀਆਂ ਕੋਠੀਆਂ ਨੇ, ਜਾਇਦਾਦ ਆ ਮੇਰੀ, ਜਿਹੜਾ ਇਸ ਦੇ ਵਿੱਚ ਤੁਹਾਡਾ ਮਨ ਰਹਿ ਗਿਆ ਤਾਂ ਫਿਰ ਮਹਾਰਾਜ ਆਖਦੇ ਨੇ ਪ੍ਰੇਤ ਜੋਨ ਬਲ ਬਲ ਅਵਤਰ ਹੈ। ਤੈਨੂੰ ਪ੍ਰੇਤ ਦੀ ਜੂਨੀ ਪ੍ਰਾਪਤ ਹੋ ਜਾਏਗੀ। ਸੋ ਇਸ ਤਰ੍ਹਾਂ ਕਰਕੇ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਜੇ ਅੰਤ ਦੇ ਸਮੇਂ ਵਿੱਚ ਨਾਰਾਇਣ ਅਕਾਲ ਪੁਰਖ ਵਾਹਿਗੁਰੂ ਦਾ ਮਨ ਦੇ ਵਿੱਚ ਖਿਆਲ ਆ ਗਿਆ, ਮਨ ਦੇ ਵਿੱਚ ਜਦੋਂ ਨਾਰਾਇਣ ਅਕਾਲ ਪੁਰਖ ਵਾਹਿਗੁਰੂ ਨੂੰ ਵਸਾ ਲਿਆ, ਭਗਤ ਤਰਲੋਚਨ ਜੀ ਕਹਿੰਦੇ ਨੇ ਬਦਤ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੇ ਹਿਰਦੈ ਵਸੈ। ਸਾਰੀਆਂ ਜੋਨਾਂ ਤੋਂ ਮੁਕਤੀ ਪ੍ਰਾਪਤ ਹੋ ਜਾਏਗੀ, ਭਾਵ ਕਿ ਪਰਮੇਸ਼ਰ ਵਿੱਚ ਅਭੇਦ ਹੋ ਜਾਏਗਾ। ਜਿਹੜੀ ਇਹ ਮਨੁੱਖ ਦੀ ਜੋਤ ਹੈ ਇਹ ਪਰਮ ਜੋਤ ਦੇ ਵਿੱਚ ਲੀਨ ਹੋ ਜਾਏਗੀ। ਮਨੁੱਖ ਦਾ ਆਵਾਗਾਉਣ ਆਉਣਾ ਜਾਣਾ ਜਾਣੀ ਖਤਮ ਹੋ ਜਾਏਗਾ। ਸੋ ਇਹ ਕਿਸ ਤਰ੍ਹਾਂ ਹੋਏਗਾ? ਜੇ ਪਰਮੇਸ਼ਰ ਦੀ ਕਿਰਪਾ ਦਇਆ ਦ੍ਰਿਸ਼ਟੀ ਹੋਏਗੀ। ਸੋ ਇਸ ਤਰ੍ਹਾਂ ਕਰਕੇ ਜਿਹੜਾ ਉਹ ਬਜ਼ੁਰਗ ਸੀ, ਜਦੋਂ ਉਸ ਦੀ ਮੌਤ ਹੋਈ ਤਾਂ ਉਸ ਤੋਂ ਬਾਅਦ ਉਸ ਨੂੰ ਬਲਦ ਦੀ ਜੂਨੀ ਮਿਲੀ। ਬਲਦ ਬਣ ਕੇ ਆਪਣੇ ਖੇਤਾਂ ਦੇ ਵਿੱਚ ਖੇਤੀ ਕਰਦਾ ਹੈ। ਤਾਂ ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਪਾਸ ਫਿਰ ਦੁਬਾਰੇ ਆਏ। ਉਸ ਨੂੰ ਆਖਦੇ ਨੇ ਕਿ ਹੁਣ ਤੈਨੂੰ ਮੁਕਤ ਕਰ ਦਈਏ। ਤਾਂ ਉਹ ਆਖਦਾ ਨਾ ਜੀ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਸੰਪੂਰਨ ਸਮਰੱਥ ਸਤਿਗੁਰੂ ਨੇ, ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਨੇ। ਮਹਾਰਾਜ ਜੀ ਕਿਸੇ ਵੀ ਪੇੜ ਪੌਦਿਆਂ ਤੋਂ ਵੀ ਮਹਾਰਾਜ ਗੱਲਾਂ ਕਰਵਾ ਸਕਦੇ ਨੇ, ਪਸ਼ੂ ਪੰਛੀਆਂ ਤੋਂ ਵੀ ਮਹਾਰਾਜ ਗੱਲਾਂ ਕਰਵਾ ਸਕਦੇ ਹਨ। ਇਹ ਗੁਰੂ ਦੀ ਸਮਰੱਥਾ ਹੈ। ਮਹਾਰਾਜ ਨੇ ਉਸ ਬਲਦ ਨੂੰ ਪੁੱਛਿਆ ਕਿ ਤੈਨੂੰ ਹੁਣ ਅਸੀਂ ਮੁਕਤ ਕਰ ਦਈਏ। ਤਾਂ ਉਸਨੇ ਆਖਿਆ ਨਹੀਂ ਜੀ, ਮੈਂ ਮੁਕਤ ਹੋ ਕੇ ਕੀ ਕਰਨਾ, ਮੈਂ ਮਰ ਗਿਆ ਤਾਂ ਮੇਰੇ ਬੱਚਿਆਂ ਨੂੰ ਹੋਰ ਬਲਦ ਖਰੀਦਣਾ ਪਊਗਾ, ਇਹਨਾਂ ਦੇ ਪੈਸੇ ਲੱਗਣਗੇ। ਪਰ ਇਸ ਤਰ੍ਹਾਂ ਮਹਾਰਾਜ ਜੀ ਫੇਰ ਚਲੇ ਗਏ। ਜਦੋਂ ਸਮਾਂ ਪਿਆ ਤਾਂ ਉਹ ਬਲਦ ਦੀ ਅਚਨਚੇਤ ਉਮਰ ਪੂਰੀ ਹੋਈ ਤਾਂ ਉਸ ਦੀ ਮੌਤ ਹੋ ਗਈ। ਮੌਤ ਹੋਣ ਤੋਂ ਬਾਅਦ ਤਾਂ ਜਿਹੜਾ ਉਹ ਬਜ਼ੁਰਗ ਸੀ ਤਾਂ ਉਹ ਕੁੱਤੇ ਦੀ ਜੂਨ ਵਿੱਚ ਆ ਗਿਆ। ਆਪਣੇ ਘਰ ਦੀ ਰਾਖੀ ਕਰਦਾ, ਘਰ ਦੇ ਮੈਂਬਰ ਸੌ ਜਾਂਦੇ ਨੇ ਤਾਂ ਉਹ ਕੁੱਤਾ ਬਣ ਕੇ ਬਾਹਰ ਭੌਂਕਦਾ ਅਤੇ ਰਾਖੀ ਕਰਦਾ। ਇਹ ਸਾਧ ਸੰਗਤ ਜੀ ਜਿਹੜੇ ਘਰਾਂ 'ਚ ਕੁੱਤੇ ਰੱਖੇ ਹੋਏ ਹਨ ਇਹ ਐਵੇਂ ਨਹੀਂ ਹੈਗੇ। ਹੋ ਸਕਦਾ ਉਹ ਕੁੱਤਾ ਪਿਛਲੇ ਜਨਮ ਉਸ ਘਰ ਦਾ ਮੈਂਬਰ ਹੀ ਕੋਈ ਹੋਵੇ, ਇਹ ਪਰਮੇਸ਼ਰ ਨੂੰ ਪਤਾ। ਜਿਸ ਤਰ੍ਹਾਂ ਦੀ ਮਨ ਦੇ ਵਿੱਚ ਵਾਸਨਾ ਰਹਿ ਗਈ ਉਸ ਤਰ੍ਹਾਂ ਦਾ ਉਸ ਦਾ ਜਨਮ ਹੋ ਜਾਣਾ ਹੈ। ਅੱਜ ਘਰਾਂ ਘਰਾਂ ਦੇ ਵਿੱਚ ਕੁੱਤੇ ਰੱਖੇ ਹੋਏ ਹਨ। ਇਹ ਸਾਰਾ ਹੋ ਸਕਦਾ ਵਾਸਨਾ ਦਾ ਹੀ ਨਤੀਜਾ ਹੋਵੇ, ਮਨ ਦੇ ਮੋਹ ਦਾ ਹੀ ਨਤੀਜਾ ਹੋਵੇ, ਜਿਹੜੇ ਇਤਨੇ ਕੁੱਤੇ ਘਰਾਂ ਘਰਾਂ 'ਚ ਰੱਖੇ ਹੋਏ ਹਨ। ਸੋ ਮਹਾਰਾਜ ਜਿਸ ਦੇ ਮਨ ਦੇ ਵਿੱਚ ਗੁਮਾਨ ਹੈ, ਮਹਾਰਾਜ ਆਖਦੇ ਨੇ ਉਸ ਨੂੰ ਕੁੱਤੇ ਦੀ ਜੂਨ ਮਿਲ ਜਾਂਦੀ ਹੈ। ਜਿਸ ਦੇ ਮਨ ਦੇ ਵਿੱਚ ਰਾਜ ਦਾ ਅਭਿਮਾਨ ਹੈ, ਜਿਸ ਕਾ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ। ਸਵਾਨ ਕਹਿੰਦੇ ਨੇ ਕੁੱਤੇ ਨੂੰ। ਜਿਸ ਦੇ ਮਨ ਦੇ ਵਿੱਚ ਰਾਜ ਦਾ ਅਭਿਮਾਨ ਹੈ ਕਿ ਮੈਂ ਰਾਜਾ ਹਾਂ, ਮੈਂ ਵੱਡਾ ਆਦਮੀ ਹਾਂ, ਕਿਸੇ ਨਾਲ ਗੱਲ ਨਹੀਂ ਕਰਕੇ ਰਾਜੀ, ਫਤਿਹ ਦੀ ਸਾਂਝ ਨਹੀਂ ਕਰਕੇ ਰਾਜੀ, ਜਿਸ ਕਾ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ। ਮਹਾਰਾਜ ਕਹਿੰਦੇ ਉਹਦਾ ਵਾਸਾ ਨਾ ਨਰਕਾਂ 'ਚ ਹੋਏਗਾ। ਨਰਕਾਂ ਵਿੱਚ ਪਹਿਲਾਂ ਉਹਨੂੰ ਸੁੱਟਿਆ ਜਾਏਗਾ, ਉਸ ਤੋਂ ਬਾਅਦ ਫਿਰ ਉਸ ਨੂੰ ਕੁੱਤੇ ਦੀ ਜੂਨ ਵਿੱਚ ਸੁੱਟਿਆ ਜਾਏਗਾ।
ਉਸ ਨੂੰ ਕੁੱਤੇ ਦੀ ਜੂਨ ਮਿਲ ਜਾਣੀ ਹੈ। ਸਾਧ ਸੰਗਤ ਜੀ, ਇਹ ਕੁੱਤੇ ਇਸ ਤਰ੍ਹਾਂ ਹੀ ਆਏ ਹੋਏ ਨੇ, ਜਾਣੀ ਇਸ ਤਰ੍ਹਾਂ ਇੱਕ ਹੀ ਮਨੁੱਖ ਅਲੱਗ-ਅਲੱਗ ਜੂਨੀਆਂ ਵਿੱਚ ਜਾਣੀ ਇਸ ਤਰ੍ਹਾਂ ਜਾਣੀ ਘੁੰਮਦਾ ਰਹਿੰਦਾ ਹੈ। ਸੋ ਇਸ ਤਰ੍ਹਾਂ ਬਜ਼ੁਰਗ ਨੂੰ ਕੁੱਤੇ ਦੀ ਜੂਨ ਜਦੋਂ ਮਿਲੀ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੁਬਾਰੇ ਫੇਰ ਆਏ। ਦੇਖੋ ਕਿਤਨੀ ਦਇਆ ਕਰਦੇ ਨੇ ਸਤਿਗੁਰੂ ਮਹਾਰਾਜ ਜੀ, ਵਾਰ-ਵਾਰ ਜੀਵ ਨੂੰ ਤਾਰਦੇ ਨੇ, ਕਿਉਂਕਿ ਮਨੁੱਖ ਨਹੀਂ ਮਾਇਆ ਤੋਂ ਬਚ ਸਕਦਾ। ਇਹ ਕੇਵਲ ਆਪਾਂ ਸਿਰਫ ਮੋਹ ਦੀ ਇਕੱਲੇ ਦੀ ਗੱਲ ਕਰਦੇ ਹਾਂ, ਸਾਰਿਆਂ ਦੀ ਗੱਲ ਤਾਂ ਬਹੁਤ ਮੁਸ਼ਕਿਲ ਹੈ। ਕੋਈ ਕਾਮ ਦੇ ਵਿੱਚ ਡੁੱਬਿਆ, ਕੋਈ ਕ੍ਰੋਧ ਦੇ ਵਿੱਚ, ਕੋਈ ਲੋਭ ਦੇ ਵਿੱਚ, ਕੋਈ ਮੋਹ ਦੇ ਵਿੱਚ। ਇਹ ਮੋਹ ਵਿੱਚ ਡੁੱਬੇ ਹੋਏ ਬਜ਼ੁਰਗ ਦੀ ਗੱਲ ਹੈ, ਮੋਹ ਦੇ ਜੋ ਚਿੱਕੜ ਵਿੱਚ ਫਸਿਆ ਹੋਇਆ ਹੈ ਉਸ ਦੀ ਆਪਾਂ ਗੱਲ ਕਰ ਰਹੇ ਹਾਂ। ਮਹਾਰਾਜ ਨੇ ਆਖਿਆ ਕਿ ਭਾਈ ਤੈਨੂੰ ਮੁਕਤ ਕਰ ਦਈਏ। ਉਹ ਆਖਦਾ ਨਾ ਜੀ, ਮੈਨੂੰ ਮੁਕਤ ਕਿਉਂ ਕਰਨਾ, ਅਤੇ ਮੇਰੇ ਬੱਚੇ ਨੇ, ਇਹ ਨਲਾਇਕ ਨੇ, ਸੌ ਜਾਂਦੇ ਨੇ, ਮੈਂ ਘਰ ਦੀ ਰਾਖੀ ਕਰਦਾ, ਕਿਤੇ ਕੋਈ ਚੋਰ ਨਾ ਆ ਜਾਵੇ, ਕੋਈ ਚੋਰ ਆ ਕੇ ਲੁੱਟ ਕੇ ਨਾ ਲੈ ਜਾਵੇ, ਮੈਂ ਰਾਖੀ ਕਰਦਾ। ਸੋ ਮੰਨਿਆ ਨਹੀਂ, ਮੈਨੂੰ ਮੁਕਤ ਜਾਣੀ ਮੁਕਤੀ ਉਸਨੇ ਫਿਰ ਵੀ ਨਹੀਂ ਚਾਹੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਆਏ ਤਾਂ ਉਸ ਤੋਂ ਬਾਅਦ ਜੀ ਮਹਾਰਾਜ ਜੀ ਚਲੇ ਗਏ। ਫਿਰ ਉਹ ਕੁੱਤਾ ਵੀ ਹੌਲੀ ਹੌਲੀ ਸਮਾਂ ਪਾ ਕੇ ਜਾਣੀ ਮਰ ਗਿਆ। ਉਸ ਤੋਂ ਬਾਅਦ ਜੀ ਉਸ ਨੂੰ ਸੱਪ ਦੀ ਜੂਨੀ ਪ੍ਰਾਪਤ ਹੋਈ। ਸੱਪ ਦੀ ਜੂਨੀ ਵਿੱਚ ਆਇਆ ਤਾਂ ਦੇਖਦਾ ਹੈ ਕਿ ਬੱਚਾ ਰੋਂਦਾ ਹੈ, ਮੇਰਾ ਪੋਤਾ ਰੋ ਰਿਹਾ। ਪੋਤੇ ਨੂੰ ਚੁੱਪ ਕਰਾਉਣ ਵਾਸਤੇ ਜਦੋਂ ਉਹ ਕੰਧ ਦੇ ਉੱਪਰੋਂ, ਸ਼ਤੀਰ ਦੇ ਉੱਪਰੋਂ ਉਤਰ ਕੇ ਹੇਠਾਂ ਆਉਣਾ ਚਾਹੁੰਦਾ ਹੈ, ਹੇਠਾਂ ਆਇਆ ਤਾਂ ਜਿਹੜਾ ਬੱਚਾ ਰੋਂਦਾ ਸੀ, ਜਦੋਂ ਉਹਦਾ ਪਿਤਾ ਆਇਆ ਉਹਨੇ ਦੇਖਿਆ ਇਸ ਦੇ ਕੋਲ ਤਾਂ ਸੱਪ ਆਇਆ ਹੋਇਆ ਹੈ। ਹੁਣ ਉਹ ਸੱਪ ਦੇ ਮਨ ਵਿੱਚ ਤਾਂ ਮੋਹ ਹੈ ਤਾਂ ਉਹ ਬਜ਼ੁਰਗ ਆ ਉਹੀ, ਕਿ ਮੇਰਾ ਪੋਤਾ ਰੋ ਰਿਹਾ, ਮੈਂ ਇਹਨੂੰ ਚੁੱਪ ਕਰਾ ਦੇਵਾਂ। ਪਰ ਉਸ ਪਿਤਾ ਨੇ ਸੋਚਿਆ, ਜਿਹੜਾ ਲੜਕੇ ਦਾ ਪਿਤਾ ਸੀ, ਕਿ ਸੱਪ ਇੱਥੇ ਆ ਗਿਆ, ਕਿਤੇ ਸੱਪ ਇਸ ਦੇ ਡੰਗ ਨਾ ਮਾਰ ਦੇਵੇ। ਤਾਂ ਲੜਕੇ ਦੇ ਪਿਤਾ ਨੇ, ਬੱਚੇ ਦੇ ਪਿਤਾ ਨੇ ਜਾਣੀ ਸੱਪ ਨੂੰ ਮਾਰ ਦਿੱਤਾ। ਜਾਣੀ ਉਸ ਤੋਂ ਬਾਅਦ ਜੀ ਫਿਰ ਉਸ ਦੀ ਜਿਹੜੀ ਜੂਨੀ ਉਸ ਨੂੰ ਪ੍ਰਾਪਤ ਹੋਈ ਤਾਂ ਉਹ ਕੀੜੇ ਦੀ ਜੂਨੀ ਵਿੱਚ ਗਿਆ। ਦੇਖੋ ਇੱਕ ਮੋਹ ਨੇ ਕਿੰਨੀਆਂ ਜੂਨਾਂ ਵਿੱਚ ਉਸ ਨੂੰ ਘੁਮਾ ਕੇ ਰੱਖ ਦਿੱਤਾ। ਜਦੋਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਪਾਸ ਦੁਬਾਰੇ ਆਏ, ਮਹਾਰਾਜ ਨੇ ਆਖਿਆ, ਭਾਈ ਮਰਦਾਨਿਆ, ਉਹ ਜਿਹੜਾ ਕੀੜਾ ਨਾ ਉਹਨੂੰ ਸਾਡੇ ਕੋਲ ਚੱਕ ਲਿਆ। ਮਹਾਰਾਜ ਨੇ ਆਖਿਆ, ਹਾਂ ਭਾਈ ਦੱਸ ਤੇਰਾ ਕੀ ਹਾਲ ਚਾਲ ਹੈ ਬਜ਼ੁਰਗਾ, ਤੂੰ ਹੁਣ ਕੀੜੇ ਦੀ ਜੂਨ ਵਿੱਚ ਘੁੰਮਦਾ। ਉਹਨੇ ਆਖਿਆ, ਜੀ ਹੁਣ ਤਾਂ ਮੈਂ ਬਹੁਤ ਦੁਖੀ ਹਾਂ, ਇਹ ਰੋਟੀ ਖਾਂਦੇ ਨੇ, ਮੇਰੇ ਧੀਆਂ ਪੁੱਤ ਨੂੰਹਾਂ ਮੇਰੀਆਂ ਰੋਟੀ ਖਾਂਦੀਆਂ ਨੇ, ਮੇਰੇ ਪੋਤੇ ਰੋਟੀ ਖਾਂਦੇ ਨੇ, ਇਹ ਜਿਹੜਾ ਧੋਣ ਤੱਪਾ ਪਾਣੀ ਹੁੰਦਾ ਉਸ ਵਿੱਚ ਜਿਹੜੇ ਕਿਣਕੇ ਰਹਿ ਜਾਂਦੇ ਨੇ, ਮੈਂ ਕੀੜਾ ਬਣ ਕੇ ਮੈਂ ਉਸ ਨੂੰ ਛਕ ਲੈਣਾ। ਬਸ ਮੈਂ ਕਰ ਤਾਂ ਕੁਛ ਨਹੀਂ ਸਕਦਾ, ਬਸ ਪੋਤਿਆਂ ਨੂੰ ਖੇਡਦਿਆਂ ਨੂੰ ਦੇਖੀ ਜਾਂਦਾ, ਦੇਖ ਕੇ ਬਸ ਕੁਛ ਹੁੰਦਾ ਰਹਿਣਾ। ਸੋ ਮਹਾਰਾਜ ਨੇ ਆਖਿਆ, ਤੈਨੂੰ ਹੁਣ ਮੁਕਤ ਕਰ ਦਈਏ। ਉਹ ਕਹਿੰਦਾ, ਮਹਾਰਾਜ ਹੁਣ ਤਾਂ ਮੈਂ ਬਹੁਤ ਦੁਖੀ ਹਾਂ, ਮੈਨੂੰ ਮੁਕਤ ਕਰ ਦਿਓ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ, ਰਹਿਮਤ ਕਰੀ ਮਹਾਰਾਜ ਜੀ ਨੇ ਇਸ ਦੇ ਉੱਪਰ। ਮਹਾਰਾਜ ਜੀ ਨੇ ਉਸ ਨੂੰ ਮੁਕਤ ਕਰ ਦਿੱਤਾ। ਜਦੋਂ ਮੁਕਤ ਹੋ ਗਿਆ ਤਾਂ ਮਹਾਰਾਜ ਪੁੱਛਦੇ ਨੇ, ਹੁਣ ਦੱਸ ਤੇਰਾ ਕੀ ਹਾਲ ਚਾਲ ਹੈ। ਤਾਂ ਉਹ ਕਹਿੰਦਾ, ਮੁਕਤੀ ਤਾਂ ਬਹੁਤ ਅੱਛੀ ਚੀਜ਼ ਹੁੰਦੀ ਹੈ, ਮੈਂ ਸਭ ਚੀਜ਼ਾਂ ਤੋਂ ਮੁਕਤ ਹੋ ਗਿਆ, ਮੈਨੂੰ ਹੁਣ ਕਿਸੇ ਪ੍ਰਕਾਰ ਦਾ ਕੋਈ ਬੰਧਨ ਨਹੀਂ ਰਿਹਾ। ਕਿਉਂਕਿ ਬੰਧਨ ਹਉਮੈ ਦਾ ਬੰਧਨ ਹੈ, ਹਉਮੈ ਇਹੀ ਬੰਧਨ ਹੈ, ਫਿਰ ਜੂਨੀ ਪਾਹੇ। ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਹੇ, ਹਉਮੈ ਇਹੀ ਬੰਧਨ ਹੈ, ਫਿਰ ਜੂਨੀ ਪਾਹੇ। ਹਉਮੈ ਦੇ ਬੰਧਨ ਕਰਕੇ ਮਨੁੱਖ ਵਾਰ-ਵਾਰ ਜਨਮ ਮਰਨ ਦੇ ਵਿੱਚ ਚੱਕਰ ਵਿੱਚ ਫਿਰਿਆ ਰਹਿੰਦਾ ਹੈ। ਸੋ ਮਹਾਰਾਜ ਨੇ ਉਸ ਦੀ ਹਉਮੈ ਦਾ, ਮਾਇਆ ਦਾ ਜਾਣੀ ਉਸ ਦਾ ਨਾਸ਼ ਕਰ ਦਿੱਤਾ। ਸਤਿਗੁਰੂ ਮਹਾਰਾਜ ਜੀ ਨੇ ਕਿਤਨੀ ਵੱਡੀ ਜਾਣੀ ਦਇਆ ਦ੍ਰਿਸ਼ਟੀ, ਕਿਰਪਾ ਦ੍ਰਿਸ਼ਟੀ ਮਹਾਰਾਜ ਨੇ ਕੀਤੀ ਹੈ, ਉਸ ਨੂੰ ਮਹਾਰਾਜ ਨੇ ਮੁਕਤ ਕਰਕੇ ਰੱਖ ਦਿੱਤਾ। ਸੋ ਇਸ ਨੂੰ ਮੁਕਤੀ ਕਹਿੰਦੇ ਨੇ। ਮਹਾਰਾਜ ਨੇ ਜਾਣੀ ਮਾਇਆ ਦਾ ਪਰਦਾ ਹਟਾ ਦਿੱਤਾ, ਹਉਮੈ ਦਾ ਨਾਸ਼ ਕਰ ਦਿੱਤਾ। ਹਉਮੈ ਦਾ ਨਾਸ਼ ਹੋਣ ਦੀ ਦੇਰ ਸੀ ਤਾਂ ਉਸ ਨੂੰ ਗਿਆਨ ਹੋ ਗਿਆ ਔਰ ਪਰਮੇਸ਼ਰ ਵਿੱਚ ਲੀਨ ਕਰਾ ਦਿੱਤਾ। ਸਤਿਗੁਰੂ ਵਿੱਚ ਇੱਕ ਵੱਡੀ ਰਹਿਮਤ ਹੈ ਜੋ ਸਾਡੇ ਉੱਪਰ ਕਰ ਦਿੰਦੇ ਨੇ ਸਤਿਗੁਰੂ ਮਹਾਰਾਜ ਜੀ, ਕਿਸੇ ਨੂੰ ਵੀ ਤਾਰ ਸਕਦੇ ਨੇ। ਦਸਵੇਂ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਤਾਰਦੇ ਰਹੇ ਨੇ, ਗੁਰੂ ਨਾਨਕ ਸਾਹਿਬ ਜੀ ਤਾਰਦੇ ਰਹੇ ਨੇ, ਦਸਾਂ ਪਾਤਸ਼ਾਹੀਆਂ ਇਸ ਤਰ੍ਹਾਂ ਜੀਵਾਂ ਦਾ ਵੀ ਉਧਾਰ ਕਰਦੇ ਰਹੇ ਨੇ। ਮਨੁੱਖ ਦਾ ਤਾਂ ਉਧਾਰ ਕਰਨਾ ਹੀ ਕਰਨਾ ਹੈ। ਜਿਉਂ ਪਾਖਾਨ ਨਾਭ ਚੜ੍ਹਤ ਤਰੈ, ਜਿਹਨੇ ਪਾਖਾਨ ਕਹਿੰਦੇ ਨੇ ਪੱਥਰ ਨੂੰ, ਪੱਥਰ ਤਰ ਨਹੀਂ ਸਕਦਾ, ਇਸੇ ਤਰ੍ਹਾਂ ਹੀ ਮਨੁੱਖ ਵੀ ਤਰ ਨਹੀਂ ਸਕਦਾ। ਪੱਥਰ ਤਰ ਸਕਦਾ, ਪਰ ਕਿਸ ਤਰ੍ਹਾਂ ਤਰ ਸਕਦਾ? ਜੇ ਪੱਥਰ ਨਾਭ ਦੇ ਵਿੱਚ ਪੈ ਜਾਵੇ। ਪੱਥਰ ਕੱਲਾ ਤਰ ਕੇ ਨਦੀ ਨੂੰ ਪਾਰ ਨਹੀਂ ਕਰ ਸਕਦਾ, ਡੁੱਬ ਜਾਏਗਾ ਪੱਥਰ ਪਾਣੀ ਦੇ ਵਿੱਚ।
ਮਹਾਰਾਜ ਆਖਦੇ ਨੇ ਜੋ ਪਾਖਾਨ ਨਾਭ ਚੜਤ ਤਰੈ, ਨਾਭ ਦੇ ਵਿੱਚ ਚੜ੍ਹ ਕੇ ਜਿਹੜਾ ਪੱਥਰ ਹੈ ਤੇ ਉਹ ਪ੍ਰਾਣੀ ਗੁਰਚਰਨ ਲਗਤ ਨਿਸਤਰ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਜਿਹੜਾ ਪ੍ਰਾਣੀ ਆ ਨਾ, ਮਨੁੱਖ ਆ ਨਾ, ਇਹ ਗੁਰੂ ਦੇ ਚਰਨਾਂ ਨਾਲ ਲੱਗ ਜਾਵੇ ਨਾ ਤਾਂ ਇਹ ਤਰ ਜਾਏਗਾ। ਜਿਸ ਤਰ੍ਹਾਂ ਪੱਥਰ ਤਰ ਜਾਂਦਾ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਵਿੱਚ ਚਲਾ ਜਾਂਦਾ ਹੈ ਬੇੜੀ ਦੇ ਵਿੱਚ ਬੈਠ ਕੇ ਪੱਥਰ, ਸੋ ਇਸੇ ਤਰ੍ਹਾਂ ਹੀ ਮਨੁੱਖ ਵੀ ਗੁਰੂ ਰੂਪ ਬੇੜੀ ਦੇ ਵਿੱਚ, ਗੁਰੂ ਰੂਪ ਜਹਾਜ਼ ਦੇ ਵਿੱਚ ਬੈਠ ਕਰਕੇ, ਨਾਮ ਰੂਪ ਜਹਾਜ਼ ਦੇ ਉੱਪਰ, ਗੁਰਬਾਣੀ ਰੂਪ ਜਹਾਜ਼ ਦੇ ਉੱਪਰ ਬੈਠ ਕਰਕੇ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਵਿੱਚ ਚਲਾ ਜਾਂਦਾ ਹੈ। ਪਹਿਲਾ ਕਿਨਾਰਾ ਕੀ ਹੈ? ਇਹ ਲੋਕ ਹੈ, ਇਹ ਮਾਤ ਲੋਕ ਹੈ ਜਿਹੜਾ ਪਹਿਲਾ ਕਿਨਾਰਾ ਹੈ। ਦੂਸਰਾ ਕਿਨਾਰਾ ਕੀ ਹੈ? ਪਰਲੋਕ ਹੈ, ਭਾਵ ਕਿ ਸੱਚਖੰਡ ਆ ਜਿਹੜਾ ਦੂਸਰਾ ਕਿਨਾਰਾ ਹੈ। ਸੋ ਦੂਸਰੇ ਕਿਨਾਰੇ ਵਿੱਚ ਜਾਣੀ ਸੱਚਖੰਡ ਵਿੱਚ ਮਨੁੱਖ ਪਹੁੰਚ ਜਾਂਦਾ ਹੈ। ਪਹੁੰਚਦਾ ਕਿਵੇਂ ਹੈ? ਜੇ ਗੁਰੂ ਰੂਪ ਬੇੜੀ ਦੇ ਵਿੱਚ ਸਿੱਖ ਬੈਠ ਜਾਏਗਾ ਤਾਂ ਸਿੱਖ ਤਰ ਜਾਏਗਾ। ਦੇਖੋ ਬੇੜੀ ਵਿੱਚ ਭਾਵੇਂ ਕੋਈ ਚੰਗਾ ਮਨੁੱਖ ਬੈਠਾ ਹੈ, ਭਾਵੇਂ ਮਾੜਾ ਬੈਠਾ ਹੈ, ਗੁਰਮੁਖ ਵੀ ਤਰ ਜਾਂਦੇ ਨੇ। ਮਹਾਰਾਜ ਕਿਰਪਾ ਦ੍ਰਿਸ਼ਟੀ ਕਰਕੇ ਬੇੜੀ ਵਿੱਚ ਬੈਠਿਆਂ ਨੂੰ ਸਭਨਾਂ ਨੂੰ ਤਾਰ ਲੈਂਦੇ ਨੇ, ਪਰ ਬੇੜੀ ਵਿੱਚ ਸਾਨੂੰ ਬੈਠਣਾ ਪਏਗਾ, ਬਿਨਾਂ ਬੇੜੀ ਵਿੱਚ ਬੈਠੇ ਤੋਂ ਨਹੀਂ ਤਰਨਾ। ਮਹਾਰਾਜ ਕਹਿੰਦੇ ਤਿਉਂ ਪ੍ਰਾਣੀ ਗੁਰਚਰਨ ਲਗਤ ਨਿਸਤਰ ਹੈ, ਗੁਰੂ ਦੇ ਚਰਨਾਂ ਨਾਲ ਸਾਨੂੰ ਜੁੜਨਾ ਪਏਗਾ ਤਾਂ ਅਸੀਂ ਤਰ ਸਕਦੇ ਹਾਂ। ਚਰਨਾਂ ਨਾਲ ਕਿਸ ਤਰ੍ਹਾਂ ਜੁੜਿਆ ਜਾਏਗਾ? ਮਹਾਰਾਜ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਗੁਰੂ 9ਵੇਂ ਪਾਤਸ਼ਾਹ ਮਹਾਰਾਜ ਤੱਕ ਜਾਂ 10ਵੇਂ ਪਾਤਸ਼ਾਹ ਤੱਕ, ਜਦੋਂ ਤੱਕ 1699 ਦੀ ਵਿਸਾਖੀ ਤੱਕ ਜਾਣੀ ਅੰਮ੍ਰਿਤ ਦਾ ਬਾਟਾ ਤਿਆਰ ਨਹੀਂ ਹੋਇਆ ਸੀ, ਪਹਿਲਾਂ ਮਹਾਰਾਜ ਜੀ ਚਰਨ ਪੌਲ ਦਿਆ ਕਰਦੇ ਸਨ। ਉਸ ਤੋਂ ਬਾਅਦ ਮਹਾਰਾਜ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਮਹਾਰਾਜ ਨੇ 5 ਪਿਆਰੇ ਸਾਜੇ, 5 ਪਿਆਰਿਆਂ ਨੂੰ ਮਹਾਰਾਜ ਨੇ ਰਹਿਤ ਮਰਿਆਦਾ ਸਾਰੀ ਦੱਸੀ। ਸੋ ਉਸ ਤੋਂ ਬਾਅਦ ਜਾਣੀ 5 ਪਿਆਰੇ ਹੀ ਗੁਰੂ ਗ੍ਰੰਥ ਸਾਹਿਬ ਦੇ ਨਾਲ, ਗੁਰੂ ਦੇ ਨਾਲ ਜਾਣੀ ਜੋੜ ਨੂੰ ਸਮਰੱਥ ਨੇ। ਕੋਈ ਇੱਕ ਸਿੱਖ ਨਾਮਦਾਨ ਨਹੀਂ ਦੇ ਸਕਦਾ। ਨਾਮਦਾਨ ਲੈਣਾ ਹੈ ਸਿੱਖ ਨੇ ਤਾਂ 5 ਪਿਆਰਿਆਂ ਦੇ ਸਾਨੂੰ ਪੇਸ਼ ਹੋਣਾ ਪਏਗਾ, 5 ਪਿਆਰਿਆਂ ਕੋਲ ਸਾਨੂੰ ਜਾਣਾ ਪਏਗਾ। ਫਿਰ ਉਹ ਗੁਰੂ ਧਾਰਨ ਕਰਦਾ, ਜਾਣੀ ਗੁਰੂ ਦੇ ਚਰਨਾਂ ਨਾਲ ਜੁੜਦਾ। ਗੁਰੂ ਦੇ ਚਰਨਾਂ ਨਾਲ ਜਾਣੀ ਉਸਨੇ ਅੰਮ੍ਰਿਤ ਛਕ ਲਿਆ, ਗੁਰੂ ਦੇ ਚਰਨਾਂ ਨਾਲ ਜੁੜ ਗਿਆ। ਇਹ 5 ਪਿਆਰਿਆਂ ਨੇ ਕਿਰਪਾ ਕੀਤੀ, ਜਾਣੀ ਗੁਰੂ ਰੂਪ ਹੋ ਕੇ ਕਿਰਪਾ ਕੀਤੀ। ਸਰੀਰ ਰੂਪ ਜੋ ਕਿਰਿਆ ਹੈ ਉਹ 5 ਪਿਆਰੇ ਕਰਦੇ ਨੇ। ਸੋ ਇਸ ਤਰ੍ਹਾਂ ਕਰਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹ 10 ਪਾਤਸ਼ਾਹੀਆਂ ਦੀ ਜਾਗਦੀ ਜੋਤ ਹੈ। ਸੋ ਜੋ ਜੁਗਤ ਹੈ ਇਹ ਖਾਲਸੇ ਦੇ ਵਿੱਚ ਹੈ। ਸੋ ਸਤਿਗੁਰੂ ਮਹਾਰਾਜ ਜੀ ਨੇ ਇਹ ਜੁਗਤ ਦੀ ਸਾਨੂੰ ਬਖਸ਼ਿਸ਼ ਕੀਤੀ ਹੈ। ਸੋ ਇਹ ਜੁਗਤ ਨੂੰ ਧਾਰਨ ਕਰਕੇ ਜੇ ਕੋਈ ਮਨੁੱਖ ਗੁਰੂ ਦੇ ਚਰਨਾਂ ਨਾਲ ਜੁੜਦਾ ਹੈ, ਜਾਣੀ ਨਾਮ ਬਾਣੀ ਸੇਵਾ ਸਿਮਰਨ ਨਾਲ ਜੁੜਦਾ ਹੈ, ਮਨੁੱਖ ਅੰਮ੍ਰਿਤ ਛਕ ਲਿਆ। ਉਸ ਤੋਂ ਬਾਅਦ ਜੇ ਬਾਣੀ ਦਾ ਪੱਲਾ ਛੱਡਤਾ, ਬਾਣੀ ਪੜ੍ਹਨੀ ਛੱਡਤੀ, ਨਾਮ ਜਪਣਾ ਛੱਡਤਾ, ਅੰਮ੍ਰਿਤ ਵੇਲਾ ਟੁੱਟ ਗਿਆ, ਉਹ ਹੌਲੀ ਹੌਲੀ ਉਹ ਰਹਿਤਾਂ ਤੋਂ ਵੀ ਟੁੱਟ ਜਾਏਗਾ, ਕੁਰੇਤੀਆ ਹੋ ਜਾਏਗਾ। ਜਿਹੜਾ ਨਾਮ ਬਾਣੀ ਸੇਵਾ ਸਿਮਰਨ ਨਾਲ ਜੁੜਿਆ ਰਹੇਗਾ ਉਹ ਸਮਝ ਲਓ ਉਸਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪੱਲਾ ਪਕੜਿਆ ਹੋਇਆ ਹੈ। ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬੇੜੀ ਦੇ ਵਿੱਚ ਬੈਠਾ ਹੈ। ਜਿਸ ਨੇ ਨਾਮ ਬਾਣੀ ਸੇਵਾ ਸਿਮਰਨ ਦਾ ਪੱਲਾ ਛੱਡ ਦਿੱਤਾ ਉਹ ਸਮਝ ਲਓ ਬੇੜੀ ਦੇ ਵਿੱਚੋਂ ਬਾਹਰ ਨਿਕਲ ਗਿਆ। ਬਾਹਰ ਨਿਕਲ ਗਿਆ ਤਾਂ ਉਹ ਮਾਇਆ ਰੂਪੀ ਨਦੀ ਦੇ ਵਿੱਚੋਂ ਡੁੱਬ ਜਾਏਗਾ। ਭਾਵੇਂ ਉਸਨੇ ਅੰਮ੍ਰਿਤ ਵੀ ਛਕ ਲਿਆ ਤਾਂ ਵੀ ਡੁੱਬ ਸਕਦਾ ਹੈ, ਕਿਉਂਕਿ ਉਸਨੇ ਆਪਣਾ ਜਿਹੜਾ ਹੈ ਰਹਿਤਾਂ ਛੱਡਤੀਆਂ, ਕੁਰੇਤੀਆ ਹੋ ਗਿਆ। ਅੰਮ੍ਰਿਤ ਵੇਲੇ ਨਹੀਂ ਉੱਠਦਾ, ਨਾਮ ਨਹੀਂ ਜਪਦਾ, ਬਾਣੀ ਨਹੀਂ ਪੜ੍ਹਦਾ। ਪਰ ਜੇ ਉਹ ਨਾਮ ਬਾਣੀ ਸੇਵਾ ਸਿਮਰਨ ਕਰਦਾ ਰਹਿੰਦਾ ਹੈ, ਗੁਰੂ ਦੀ ਕਿਰਪਾ ਨਾਲ, ਕਿਰਪਾ ਵਾਰ-ਵਾਰ ਮੰਗੇ ਸੱਚੇ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਕਿਰਪਾ ਦ੍ਰਿਸ਼ਟੀ ਕਰੋਗੇ ਤਾਂ ਅਸੀਂ ਤਰ ਸਕਦੇ ਹਾਂ। ਤੁਹਾਡੀ ਕਿਰਪਾ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ। ਆਪ ਜੀ ਦਇਆ ਕਰੋ, ਕਿਰਪਾ ਕਰੋ, ਸਾਨੂੰ ਮਹਾਰਾਜ ਅੰਮ੍ਰਿਤ ਵੇਲਾ ਬਖਸ਼ਿਓ, ਸਾਨੂੰ ਨਿਤਨੇਮ ਆਪ ਜੀ ਬਖਸ਼ਿਓ। ਜਾਣੀ ਜਿਹੜਾ ਇਸ ਤਰ੍ਹਾਂ ਸਿੱਖ ਬੇਨਤੀਆਂ ਕਰਦਾ ਰਹੇਗਾ, ਸਤਿਗੁਰੂ ਮਹਾਰਾਜ ਜੀ ਉਹਨੂੰ ਆਪਣੇ ਚਰਨਾਂ ਨਾਲ ਫਿਰ ਜੋੜ ਕੇ ਰੱਖਦੇ ਨੇ। ਜਿਹੜਾ ਜੁੜਿਆ ਹੋਏਗਾ ਮਨੁੱਖ ਉਹ ਗੁਰੂ ਦੀ ਬੇੜੀ ਦੇ ਵਿੱਚ ਗੁਰੂ ਦੇ ਪੱਲੇ ਨਾਲ ਉਹ ਜੁੜਿਆ ਰਹੇਗਾ। ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ, ਉਹਨੂੰ ਜਮ ਕਿਸੇ ਤਰੀਕੇ ਨਾਲ ਵੀ ਉਹਨੂੰ ਬੰਨ ਨਹੀਂ ਸਕਦੇ। ਜਿਹੜਾ ਹਰੀ ਸੱਜਣ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜਿਆ ਰਹੇਗਾ ਸੋ ਐਸੀ ਬਖਸ਼ਿਸ਼ ਹੋ ਜਾਂਦੀ ਹੈ। ਪਰ ਪਹਿਲਾਂ ਸਾਨੂੰ ਗੁਰੂ ਨੂੰ ਗੁਰੂ ਧਾਰਨ ਕਰਨਾ ਪੈਣਾ ਹੈ। ਗੁਰੂ ਨੂੰ ਅਸੀਂ ਧਾਰਨ ਕਰਾਂਗੇ, ਉਸ ਤੋਂ ਅੱਗੇ ਸਾਰੀ ਖੇਡ ਬਣਨੀ ਹੈ। ਸੋ ਇਹ ਕਿਰਪਾ ਹੁੰਦੀ ਹੈ ਗੁਰੂ ਦੀ। ਜਿਸ ਤਰ੍ਹਾਂ
ਮਹਾਰਾਜ ਜੀ ਨੇ ਕਿਰਪਾ ਕਰੀ ਉਸ ਬਜ਼ੁਰਗ ਦੇ ਉੱਪਰ, ਉਸ ਨੂੰ ਮਾਇਆ ਵਿੱਚੋਂ ਅਖੀਰ ਵਿੱਚ ਮਹਾਰਾਜ ਨੇ ਕੱਢ ਲਿਆ। ਜਾਣੀ ਇਹ ਮਾਇਆ ਇਤਨੀ ਪ੍ਰਬਲ ਹੈ। ਮਾਇਆ ਤੋਂ ਬਚਣ ਦਾ ਤਰੀਕਾ ਗੁਰੂ ਨਾਲ, ਚਰਨਾਂ ਨਾਲ ਜੁੜਨਾ, ਇਹੀ ਤਰੀਕਾ ਹੈ। ਗੁਰੂ ਦੇ ਚਰਨਾਂ ਨਾਲ ਜੁੜ ਕੇ ਮਨੁੱਖ ਭਵਜਲ ਤੋਂ ਪਾਰ ਹੋ ਜਾਂਦਾ ਹੈ। ਜਾ ਪ੍ਰਭ ਭਏ ਦਇਆਲ ਨਾ ਵਿਆਪੈ ਮਾਇਆ, ਮਾਇਆ ਨਹੀਂ ਵਿਆਪ ਸਕਦੀ ਜੇ ਅਕਾਲ ਪੁਰਖ ਵਾਹਿਗੁਰੂ ਦਇਆ ਕਿਰਪਾ ਦ੍ਰਿਸ਼ਟੀ ਬਣਾ ਕੇ ਰੱਖਣ। ਕੋਟ ਅੱਗਾ ਗਏ ਨਾਸ ਹਰ ਇੱਕ ਧਿਆਇਆ, ਇੱਕ ਨੂੰ ਧਿਆਉਣ ਕਰਕੇ, ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਕਰਕੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਧਾਰਨ ਕਰ ਲਿਆ, 5 ਪਿਆਰਿਆਂ ਨੇ ਨਾਮ ਦੇ ਦਿੱਤਾ, ਵਾਹਿਗੁਰੂ ਗੁਰਮੰਤਰ ਦੇ ਦਿੱਤਾ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ, ਮੂਲ ਮੰਤਰ ਦੇ ਦਿੱਤਾ। ਮੂਲ ਮੰਤਰ ਹਰ ਨਾਮ ਰਸਾਇਣ, ਕਹੋ ਨਾਨਕ ਪੂਰਾ ਪਾਇਆ। ਸੋ ਹਰੀ ਦੇ ਨਾਮ ਦਾ ਰਸਾਇਣ ਹੈ ਜੋ ਮੂਲ ਮੰਤਰ ਹੈ। ਮੂਲ ਮੰਤਰ ਦਾ ਕੋਈ ਜਾਪ ਕਰਦਾ ਹੈ, ਗੁਰਬਾਣੀ ਦਾ ਜਾਪ ਕਰਦਾ ਹੈ, ਮਹਾਰਾਜ ਕਹਿੰਦੇ ਉਸਦੇ ਕਰੋੜਾਂ ਪਾਪਾਂ ਦਾ ਨਾਸ ਹੋ ਜਾਏਗਾ। ਕੋਟ ਅਗਾ, ਅਗਾ ਕਹਿੰਦੇ ਨੇ ਪਾਪਾਂ ਨੂੰ। ਕੋਟ ਅਗਾ ਗਏ ਨਾਸ ਹਰ ਇੱਕ ਧਿਆਇਆ, ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਣ ਨਾਲ, ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਨਾਲ ਕਰੋੜਾਂ ਪਾਪਾਂ ਦਾ ਨਾਸ ਹੋ ਜਾਏਗਾ। ਕਿਰਪਾਨ ਪਾਨ ਧਾਰੀਆਂ ਕਰੋੜ ਪਾਪ ਟਾਰੀਆਂ। ਮਹਾਰਾਜ ਜੀ ਕਹਿੰਦੇ ਜਿਹੜੇ ਅੰਮ੍ਰਿਤ ਛਕ ਕੇ ਰਹਿਤਾਂ ਰੱਖਦੇ ਨੇ, ਕਿਰਪਾਨ ਪਹਿਨ ਕੇ ਰੱਖਦੇ ਨੇ, ਕਿਰਪਾਨ ਪਾਨ ਧਾਰੀਆਂ ਕਰੋੜ ਪਾਪ ਟਾਰੀਆਂ। ਮਹਾਰਾਜ ਕਹਿੰਦੇ ਉਸਦੇ ਕਰੋੜਾਂ ਪਾਪਾਂ ਦਾ ਨਾਸ ਹੋ ਜਾਏਗਾ। ਸੋ ਇਤਨੀ ਵੱਡੀ ਸਤਿਗੁਰੂ ਮਹਾਰਾਜ ਜੀ ਸਾਡੇ ਉੱਪਰ ਬਖਸ਼ਿਸ਼ ਕਰਦੇ ਹਨ ਕਿ ਭਾਈ ਤੇਰੇ ਸਾਰੇ ਪਾਪਾਂ ਦਾ ਨਾਸ ਹੋ ਜਾਏਗਾ ਜੇ ਤੂੰ ਉਸ ਨੂੰ ਨਾਮ ਜਪੇਂਗਾ ਪਰਮੇਸ਼ਰ ਦਾ, ਉਸ ਨੂੰ ਤੂੰ ਧਿਆਉਂਦਾ ਰਹੇਂਗਾ। ਨਿਰਮਲ ਭਏ ਸਰੀਰ ਜਨ ਧੂਰੀ ਨਾਇਆ, ਤੇਰਾ ਸਰੀਰ, ਸੋ ਇੱਕ ਤਾਂ ਸਥੂਲ ਸਰੀਰ ਹੁੰਦਾ, ਸੂਖਸ਼ਮ ਸਰੀਰ ਹੁੰਦਾ ਅਤੇ ਕਾਰਨ ਸਰੀਰ ਹੁੰਦਾ। ਜਾਣੀ ਇੱਕ ਤਾਂ ਸਾਡਾ ਬਾਹਰਲਾ ਸਰੀਰ ਹੋ ਗਿਆ, ਅੰਦਰਲਾ ਸਰੀਰ ਸਾਡਾ ਕਿਹੜਾ ਹੋ ਗਿਆ? ਮਨ, ਬੁੱਧ, ਚਿੱਤ ਅਤੇ ਅਹੰਕਾਰ। ਇਸ ਨੂੰ ਅੰਤਸ਼ਕਰਨ ਕਹਿ ਦਿੰਦੇ ਨੇ। ਮਹਾਰਾਜ ਆਖਦੇ ਨੇ ਸਾਰਾ ਨਿਰਮਲ ਹੋ ਜਾਏਗਾ। ਨਿਰਮਲ ਪਏ ਸਰੀਰ ਜਨ ਧੂਰੀ ਨਹਾਇਆ, ਜਿਹੜਾ ਕਿ ਸਾਧ ਸੰਗਤ ਦੀ ਚਰਨ ਧੂੜੀ ਨੂੰ ਲੋਚਦਾ ਹੈ। ਇੱਕ ਤਾਂ ਬਾਹਰੋਂ ਅਸੀਂ ਚਰਨ ਧੂੜ, ਜਦੋਂ ਅਸੀਂ ਮੱਥਾ ਟੇਕਦੇ ਹਾਂ ਗੁਰੂ ਨੂੰ, ਚਰਨ ਧੂੜ ਸਾਡੇ ਮੱਥੇ 'ਤੇ ਲੱਗਦੀ ਹੈ, ਸਾਡੇ ਪੁੱਠੇ ਲੇਖ ਸਿੱਧੇ ਹੋ ਜਾਂਦੇ ਨੇ ਚਰਨ ਧੂੜ ਲੱਗ ਕੇ। ਸੋ ਚਰਨ ਧੂੜ ਨੂੰ ਅਸੀਂ ਮਾਣਦੇ ਹਾਂ। ਜਿਸ ਤਰ੍ਹਾਂ ਅਸੀਂ ਕਿਸੇ ਵੀ ਗੁਰੂ ਘਰ 'ਚ ਜਾਂਦੇ ਹਾਂ, ਇਤਿਹਾਸਕ ਗੁਰੂ ਘਰ ਨੇ, ਉੱਥੇ ਸਰੋਵਰ ਮੰਨ ਲਓ ਬਣਿਆ ਹੋਇਆ ਹੈ, ਅਸੀਂ ਜਲ ਛਕਦੇ ਹਾਂ, ਉਹ ਗੁਰੂ ਦੇ ਚਰਨ ਉੱਥੇ ਪਏ ਹੋਏ ਨੇ। ਉਹ ਚਰਨ ਧੂੜ ਜਲ ਦੇ ਰੂਪ ਵਿੱਚ ਹੋ ਕੇ ਸਾਡੇ ਅੰਦਰ ਪ੍ਰਵੇਸ਼ ਕਰ ਜਾਂਦੀ ਹੈ। ਉਹ ਵੀ ਚਰਨ ਧੂੜ ਸਾਡੇ ਅੰਦਰ ਗਈ। ਬਾਹਰੋਂ ਅਸੀਂ ਮੱਥਾ ਟੇਕਦੇ ਹਾਂ, ਇਹ ਵੀ ਸਾਨੂੰ ਚਰਨਾਂ ਦੀ ਧੂੜ ਮਿਲ ਗਈ, ਸੰਗਤਾਂ ਦੀ ਚਰਨਾਂ ਦੀ ਧੂੜ ਇਸ ਤਰ੍ਹਾਂ ਸਾਨੂੰ ਮਿਲ ਗਈ। ਪਰ ਮਹਾਰਾਜ ਕਹਿੰਦੇ ਅਪਰਾਧੀ ਦੂਣਾ ਨਿਵਾ ਜੋ ਹੰਤਾ ਮਿਰਗਾਹੇ, ਸੀਸ ਨਵਾਇਆ ਕਿਆ ਥੀਆ ਜਾਂ ਹਿਰਦੈ ਕੁਸਦੇ ਜਾਹੇ। ਜਿਹੜਾ ਅਪਰਾਧੀ ਬੰਦਾ ਹੁੰਦਾ ਨਾ, ਉਹ ਕਈ ਵਾਰੀ ਦੂਣਾ ਨਿਭਦਾ। ਤੁਸੀਂ ਤਾਂ ਜੀ ਬਹੁਤ ਗੁਰਮੁਖ ਪਿਆਰੇ ਹੋ, ਬਹੁਤ ਕਿਰਪਾ ਕੀਤੀ, ਤੁਸੀਂ ਦਰਸ਼ਨ ਦਿੱਤੇ ਨੇ, ਉਈਆਂ ਪੈਰਾਂ 'ਤੇ ਗਿਰਦਾ ਫਿਰੇਗਾ। ਪਰ ਕਈ ਵਾਰੀ ਉਸਦੇ ਅੰਦਰ ਕਪਟ ਹੁੰਦਾ, ਪਖੰਡੀ ਹੁੰਦਾ ਉਹ। ਮਹਾਰਾਜ ਆਖਦੇ ਨੇ ਇਸ ਤਰ੍ਹਾਂ ਨਹੀਂ, ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ, ਸੀਸ ਨਿਵਾਇਆ ਕਿਹਾ ਥੀ ਹੈ। ਸੀਸ ਨਿਵਾਉਣ ਨਾਲ ਇਸ ਤਰ੍ਹਾਂ ਕੀ ਬਣੇਗਾ? ਜਾਂ ਹਿਰਦੈ ਕੁਸਦੇ ਜਾਏ, ਜੇ ਤੇਰੇ ਹਿਰਦੇ ਵਿੱਚ ਪਾਪ ਹੈ। ਸੋ ਅੰਤਰ ਕਪਟ, ਉਸ ਨੂੰ ਮਹਾਰਾਜ ਕਹਿੰਦੇ ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ, ਨਿਹ ਕਪਟ ਕਮਾਵੋ ਹਰ ਕੀ ਹਰ ਕਾਲ। ਤੁਸੀਂ ਨਿਹ ਕਪਟ ਹੋ ਕੇ ਹਰੀ ਦੀ ਘਾਲ ਘਾਲਣਾ ਕਮਾਈ ਕਰੋ। ਕਪਟ ਮਨ ਵਿੱਚ ਰੱਖ ਕੇ ਕਰਾਂਗੇ ਤਾਂ ਸੇਵਾ ਸਿਮਰਨ ਕੀਤਾ ਹੋਇਆ ਬਿਰਥ ਚਲਾ ਜਾਏਗਾ। ਸੋ ਇਸ ਤਰ੍ਹਾਂ ਨਹੀਂ ਕਰਨਾ ਹੈ। ਮਹਾਰਾਜ ਜੀ ਆਖਦੇ ਨੇ ਕਿ ਹਿਰਦੇ ਵਿੱਚ ਸੱਚੀ ਉੱਚੀ ਨਿਮਰਤਾ ਦੇ ਵਿੱਚ ਆਉਣਾ ਹੈ। ਸੋ ਜਿਹੜਾ ਨਿਮਰਤਾ ਵਿੱਚ ਆਉਣਾ ਹੈ, ਇਹੀ ਚਰਨ ਧੂੜ ਹੋਇਆ ਕਰਦੀ ਹੈ। ਜਿਹੜੇ ਮਹਾਰਾਜ ਦੇ ਜਿਹੜੇ ਸ਼ਬਦ ਆਪਾਂ ਸੁਣਦੇ ਹਾਂ, ਗੁਰਬਾਣੀ ਅਸੀਂ ਸੁਣਦੇ ਹਾਂ, ਉਸ ਨੂੰ ਹਿਰਦੇ ਵਿੱਚ ਟਿਕਾਉਣਾ, ਪ੍ਰੇਮ ਦੇ ਨਾਲ ਉਸ ਨੂੰ ਸੁਣਨਾ, ਹਿਰਦੇ ਦੇ ਵਿੱਚ ਉਸ ਨੂੰ ਧਾਰਨ ਕਰਨਾ, ਇਹ ਚਰਨ ਧੂੜੀ ਹੀ ਜਾਂਦੀ ਹੈ। ਬਾਹਰੀ ਜੋ ਚਰਨ ਧੂੜੀ ਹੈ ਉਹ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸੰਗਤਾਂ ਦੀ ਜੋ ਚਰਨ ਧੂੜੀ ਹੈ, ਉਸ ਵਿੱਚ ਵੀ ਬਹੁਤ ਵੱਡੀ ਕਰਾਮਾਤ ਹੈ। ਸੰਤਾਂ ਦੀ ਜੋ ਚਰਨ ਧੂੜੀ ਹੈ, ਗੁਰਮੁਖਾਂ ਦੀ ਚਰਨ ਧੂੜੀ ਹੈ, ਸੰਗਤ ਦੀ ਚਰਨ ਧੂੜੀ ਹੈ, ਗੁਰੂ ਦੀ ਚਰਨ ਧੂੜੀ ਹੈ। ਸੋ ਇਸ ਨੂੰ ਮਹਾਰਾਜ ਕਹਿੰਦੇ ਤੀਰਥ ਵੀ ਲੋਚਦੇ ਨੇ।
कि सानू चरण धूड़ी मिल जाए। गंगा जमुना गोदावरी सरस्वती ते करह उद्यम धूर साधु की ताई। गंगा हो गई, जमुना हो गई, गोदावरी हो गई, ये नदियाँ भी साधुआं की चरण धूड़ी नूं लोचदियां ने, क्योंकि तीर्थ ते जाके ना एक फल मिलता। तीर्थ नहाए फल एक है, संत मिले फल चार, गुरु मिले फल अनेक हैं, कहत कबीर विचार। सो गुरु नूं मिल के तो अनेकां फल प्राप्त हो जाते हैं। गंगा जमुना गोदावरी सरस्वती ते करह उद्यम धूर साधु की ताई। क्यों करदियां ने ये साधु की धूर नूं क्यों लोचदियां ने? क्योंकि किलविख मैल भरे परे हमरे विच, हमरी मैल साधु की धूर गवाई। ये आखते ने लोकी पाप करते हैं, साडे विच इशनान करते हैं, साडे विच पापां रूपी मैल छड़ जाते हैं। असी फिर पवित्र होने वास्ते असी साधुआं की धूड़ी नूं असी लोचते हैं, संगतां की असी धूड़ी नूं लोचते हैं। सो महाराज आखते हैं कि ये धूड़ी विच बहुत वड्डी बरकत है। किलविख मैल भरे हमरे विच, हमरी मैल साधु की धूर गवाई। तीर्थ 68 मज्जन नहाई, सतसंगत की धूर परी उड़ नेत्री। आ जो संगत बैठी है, इन्हां दी धूड़ चरण धूड़ उड़ के जे किसी के नेत्रां विच पै जावे, उसके नेत्रां की जिहड़ी दृष्टि है वो ब्रह्म दृष्टि बन सकती है। जे कोई हिरदे दे विच संपूर्ण रूप दे विच भावना रख के इस तरह चरण धूड़ी नूं लवे। सतसंगत की धूर परी उड नेत्री, सब दुरमत मैल गवाई। दुरमत का नाश हो जाएगा, मनमत का नाश हो जाएगा और गुरमत का प्रकाश हो जाएगा। सदबुद्धि मिल जाएगी, विवेक बुद्ध प्रगट हो जाएगी। सो इस तरह करके जानी चरण धूड़ी के ये लाभ ने। निर्मल हो जाएगा मनुख, मन उसका निर्मल हो जाएगा। निर्मल पए शरीर जन धूरी नहाया। संगतां दी धूड़ी विच नहा के मनुख जानी निर्मल हो जाता है। इस तरह करके निष्कपट हो जाता है। उसके मन के विचों पाप रूपी मैल, विकारां रूपी मैल खत्म हो जाती है, निर्मल हो जाता है। मन तन भए संतोख पूरन प्रभ पाया। मन दे विच भी तन दे विच भी संतोख आ जाएगा, संतोखी हो जाएगा। किस तरह हो जाएगा? पूर्ण प्रभ पाया, पूरे प्रभु नूं पा के। महाराज आखदे ने सुनिया सत संतोख ज्ञान, जिहड़ा नाम नूं सुनदा है ना उस दे विच सत संतोख ते ज्ञान प्रगट हो जाता है। सो सुनने दे जानी महात्म ने। महाराज जी आखते ने कि इस तरह करके मन तन पए संतोख पूर्ण प्रभ पाया। पूरे प्रभु नूं पा के मन ते तन दे विच संतोख की प्राप्ति हो जाती है। तरे कुटुंब संग लोग कुल सबाया। सारा जो कुटुंब है, अपना परिवार है, परिवार समेत मनुख का उद्धार हो जाता है। तरे कुटुंब संग लोग, सारे लोगों का उद्धार हो जाता है, जिहड़े कि परमेश्वर की इस तरह करके किरपा दृष्टि जानी दया के पात्र हो जाते हैं, जिन्होंने चरण धूड़ मिल जाती है। परमेश्वर जिन्हों पर किरपा कर जाता है। तरे कुटुंब संग लोग कुल सबाया, उसकी जानी सारी कुल तर जाती है, सारिया कुलों का उद्धार हो जाता है। सो ये बख्शिश की है सतगुरु महाराज जी, श्री गुरु अर्जन देव महाराज जी ने। ये सच्चे पातशाह महाराज जी ने 18वां श्लोक ते पौड़ी की बख्शिश करके सानू उपदेश बख्शिश किया है कि भाई परमेश्वर की दया तो बिना, उसकी किरपा तो बिना माया तो बचा नहीं जा सकता। क्योंकि माई माया छल, तृण की अगन मेघ की छाया, गोबिंद भजन बिन हड़का जल। इन माया जगदीश गुसाई, तुमरे चरण विसारे। किंचित प्रीत ना उपजा मन में, जन कहा करे विचारे। सो किंचित थोड़ी मोटी भी प्रीत नहीं उपजती, मनुख की करे, क्योंकि माया प्रबल बहुत है। माया तो बचिया जा सकता है परमेश्वर की किरपा नाल। सो महाराज जी किरपा दृष्टि करन सारिया संगतां दे उपर, दास दे उपर भी, जिथे जिथे भी कोई सुनदा सबना उपर महाराज जी किरपा दृष्टि करन। सानू माया दे तत्तियां हवावां तो महाराज सानू किरपा करके बचा के रखन, अपने चरनां नाल जोड़ के रखन जी। सो साध संगत जी समय की समाप्ति है। बोलदियां होए तो साध संगत जी बेअंत प्रकार दीयां गलतियां भुल्लां चुकां हो जांदियां हन। आओ आपां हुण 2 मिनट वास्ते नाम सिमरन करिए।
ਉਸ ਤੋਂ ਬਾਅਦ ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। 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 ਵਾਹਿਗੁਰੂ ਵਾਹਿਗੁਰੂ। ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ। ਤਰੇ ਕੁਟੰਬ ਸੰਗ ਲੋਗ ਕੁਲ ਸਬਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।